ਮੁੱਦੇ ਜਿਹੜੇ ਤੁਸੀਂ ਗੁਟਕਾ ਸਾਹਿਬ ਪੜ੍ਹ ਕੇ ਸੌਂ ਵੀ ਖਾ ਲਈ, ਜੇ ਉਹਨਾਂ ਦੇ ਵਿੱਚੋਂ ਹੀ ਤੁਸੀਂ ਕਿਸੇ ਨੂੰ ਪੂਰਾ ਨਹੀਂ ਕਰ ਸਕੇ ਤਾਂ ਬਾਕੀ ਮੈਨੀਫੈਸਟੋ ਤੁਹਾਡਾ ਤਾਂ ਫਿਰ ਆਪਣੇ ਆਪ ਹੀ ਪਤਾ ਲੱਗ ਜਾਂਦਾ ਕਿ ਕਿੰਨਾ ਕੰਪਲੀਮੈਂਟ ਹੋਇਆ। ਇਸ ਕਰਕੇ ਅਸੀਂ ਤਾਂ ਡਿਮਾਂਡ ਕਰ ਰਹੇ ਹਾਂ ਕਿ ਜਿਹੜਾ ਮੈਨੀਫੈਸਟੋ ਹੈ ਇਹਨੂੰ ਲੀਗਲ ਡਾਕੂਮੈਂਟ ਬਣਾ ਦੇਣਾ ਚਾਹੀਦਾ। ਪੰਜਾਬ ਦੀ ਜਨਤਾ ਨੂੰ ਦਿੱਲੀ ਮਾਡਲ ਦਾ ਭੁਲੇਖਾ ਪਾ ਕੇ ਤੇ ਇਹ ਨਾ ਦੱਸਣਾ ਕਿ ਪੰਜਾਬ ਦਾ ਤੁਹਾਡਾ ਬਜਟ ਕੀ ਹੈ, ਤੁਹਾਡੇ ਇੱਥੇ ਸੋਰਸਿਸ ਕੀ ਹੈ, ਉਹਨਾਂ ਨੂੰ ਸੁਪਨੇ ਦਿਖਾਈ ਜਾਣੇ ਇੱਕ ਸ਼ਹਿਰ ਦੇ, ਇਹ ਮੈਂ ਸਮਝਦਾ ਪੰਜਾਬ ਵਾਸੀਆਂ ਨਾਲ ਵੈਸੇ ਬਹੁਤ ਵੱਡਾ ਧੋਖਾ। ਸਤਿ ਸ਼੍ਰੀ ਅਕਾਲ ਜੀ, ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਸਾਡੇ ਨਾਲ ਅੱਜ ਮੌਜੂਦ ਨੇ ਸਾਬਕਾ ਸਿੱਖਿਆ ਮੰਤਰੀ ਪੰਜਾਬ ਤੇ ਸ਼੍ਰੋਮਣੀ ਅਕਾਲੀ ਦਲ ਦੇ ਐਕਟਿਵ ਮੈਂਬਰ ਡਾਕਟਰ ਦਲਜੀਤ ਸਿੰਘ ਚੀਮਾ ਜੀ। ਸਤਿ ਸ਼੍ਰੀ ਅਕਾਲ ਸਰ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ। ਸਰ, ਪੰਜਾਬ ਦੀ ਸਿਆਸਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਸਥਿਤੀ ਕੀ ਹੈ ਤੇ ਸਭ ਤੋਂ ਸਿੰਪਲ ਤੇ ਸਿੱਧਾ ਸਵਾਲ, ਲੋਕ ਤੁਹਾਡੀ ਪਾਰਟੀ ਨੂੰ ਵੋਟ ਕਿਉਂ ਪਾਉਣ? ਦੇਖੋ, ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ 101 ਸਾਲ ਪੁਰਾਣੀ ਪਾਰਟੀ ਜੀ, ਔਰ ਪੰਜਾਬ ਦੇ ਵਿੱਚ ਕੋਈ ਵੀ ਇਹੋ ਜਿਹੀ ਇਤਿਹਾਸਕ ਘਟਨਾ ਨਹੀਂ ਹੋਣੀ, ਚਾਹੇ ਆਜ਼ਾਦੀ ਦੇ ਟਾਈਮ ਦੇ ਜਾਂ ਆਜ਼ਾਦੀ ਤੋਂ ਬਾਅਦ, ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਬਣਦੀ ਭੂਮਿਕਾ ਜਿਹੜੀ ਹੈ ਉਹ ਨਾ ਨਿਭਾਈ। ਭਾਵੇਂ ਜਿਹੜੀ ਹੈ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬੀ ਸੂਬਾ ਬਣਨ ਦੀ ਗੱਲ ਸੀ ਤਾਂ ਉਹ ਵੀ ਮੋਰਚਾ ਅਕਾਲੀ ਦਲ ਨੇ ਲਾਇਆ। ਜੇ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦੇ ਨਾਲ ਬੇਇਨਸਾਫੀ ਹੋਈ ਤੇ ਉਹ ਵੀ ਮੋਰਚਾ ਸ਼੍ਰੋਮਣੀ ਅਕਾਲੀ ਦਲ ਨੇ ਲਾਇਆ। ਜੇ ਦੇਸ਼ ਦੇ ਵਿੱਚ ਡੈਮੋਕ੍ਰੇਸੀ ਦਾ ਗਲਾ ਘੁੱਟਣ ਵਾਸਤੇ ਐਮਰਜੈਂਸੀ ਲਗਾਈ ਗਈ ਤੇ ਉਹਦੇ ਖਿਲਾਫ ਵੀ ਜਿਹੜਾ ਅਕਾਲੀ ਦਲ ਹੀ ਖੜਿਆ। ਤੇ ਪੰਜਾਬ ਤੇ ਪੰਥ ਦੇ ਮੁੱਦਿਆਂ ਵਾਸਤੇ ਜੇ ਧਰਮ ਯੁੱਧ ਮੋਰਚਾ ਲੱਗਿਆ ਤੇ ਉਹਦੇ ਵਿੱਚ ਵੀ ਅਕਾਲੀ ਦਲ ਨੇ ਆਪਣਾ ਇਤਿਹਾਸਕ ਰੋਲ ਨਿਭਾਇਆ ਜੀ। ਇਸ ਕਰਕੇ ਪੰਜਾਬ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਖਰੇ ਕਰਕੇ ਦੇਖਣਾ ਬਹੁਤ ਮੁਸ਼ਕਲ ਹੈ। ਜੇ ਦੂਜੇ ਪਾਸੇ ਸਰਕਾਰਾਂ ਦਾ ਰੋਲ ਲਾਣੀ ਤੇ ਅੱਜ ਕੋਈ ਵੀ ਮੇਜਰ ਜਿਹੜੀ ਡਿਵੈਲਪਮੈਂਟ ਪੰਜਾਬ ਦੇ ਵਿੱਚ ਹੋਈ ਹੈ ਉਹਦੇ ਨਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਕਾਲੀ ਦਲ ਦਾ ਨਾਮ ਜੁੜਿਆ ਹੋਇਆ। ਜੇ ਪੰਜਾਬ ਦੇ ਵਿੱਚ ਰੂਰਲ ਸੜਕਾਂ ਦਾ ਨੈਟਵਰਕ ਸ਼ੁਰੂ ਹੋਇਆ ਤਾਂ ਅਕਾਲੀ ਦਲ ਦੀ ਪਹਿਲੀ ਸਰਕਾਰ ਦੇ ਟਾਈਮ ਤੇ ਸ਼ੁਰੂ ਹੋਇਆ। ਜੇ ਪੰਜਾਬ ਦੇ ਵਿੱਚ ਖੇਤੀ ਦਾ ਇੰਨਾ ਅੱਛਾ ਇਨਫਰਾਸਟ੍ਰਕਚਰ ਮੰਡੀਕਰਨ ਦਾ ਬਣਿਆ ਹੋਇਆ ਤੇ ਇਹਦੇ ਵਿੱਚ 90% ਤੋਂ ਵੱਧ ਕੰਟਰੀਬਿਊਸ਼ਨ ਅਕਾਲੀ ਦਲ ਦੀਆਂ ਆਪਣੀਆਂ ਸਰਕਾਰਾਂ ਦੀ ਹੈ। ਜੇ ਪੰਜਾਬ ਦੇ ਵਿੱਚ ਸਿੰਚਾਈ ਦੀਆਂ ਲੋੜਾਂ ਕਿਸਾਨੀ ਦੀਆਂ ਪੂਰੀਆਂ ਕਰਨ ਵਾਸਤੇ ਕੰਮ ਕੀਤਾ ਤੇ ਉਹਦੇ ਵਿੱਚ ਵੀ ਅਕਾਲੀ ਦਲ ਦਾ। ਔਰ ਪਿਛਲੇ ਜਿਹੜੇ ਸਰਕਾਰਾਂ ਸਾਡੀਆਂ 3 ਆਈਆਂ ਇਹਦੇ ਵਿੱਚ ਪੰਜਾਬ ਨੂੰ ਡਿਵੈਲਪਮੈਂਟ ਦੇ ਰੋਡ ਮੈਪ ਦੇ ਉੱਤੇ ਜੇ ਕਿਸੇ ਨੇ ਪਾਇਆ, ਬਿਜਲੀ ਦੇ ਮਾਮਲੇ ਦੇ ਵਿੱਚ ਸਰਪਲਸ ਸੂਬਾ ਬਣਾਇਆ, ਹਾਈਵੇ ਦਾ ਐਡਾ ਵੱਡਾ ਨੈਟਵਰਕ ਬਣਾਇਆ, ਔਰ ਸਭ ਤੋਂ ਵੱਡੀ ਗੱਲ ਹੈ ਕਿ ਜੇ ਲਗਾਤਾਰ ਆਪਣੇ ਸਾਰੇ ਰਾਜ ਭਾਗ ਦੇ ਵਿੱਚ ਅਮਨ ਸ਼ਾਂਤੀ ਸਦਭਾਵਨਾ ਦਾ ਮਾਹੌਲ ਜੇ ਕਿਸੇ ਨੇ ਬਣਾ ਕੇ ਰੱਖਿਆ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ। ਇਸ ਕਰਕੇ ਅਕਾਲੀ ਦਲ ਦਾ ਬੜਾ ਵੱਡਾ ਇਤਿਹਾਸਕ ਰੋਲ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਡਿਟਰਮਿੰਡ ਹਾਂ ਕਿ ਆਪਣਾ ਉਹ ਇਤਿਹਾਸਕ ਰੋਲ ਫਿਰ ਨਿਭਾਈ। ਸਰ, ਅਕਾਲੀ ਦਲ ਤੇ ਪੰਜਾਬ ਦੀ ਸਾਂਝ ਦੀ ਤੁਸੀਂ ਗੱਲ ਕੀਤੀ, ਜਿਹੜਾ ਅਕਾਲੀ ਦਲ ਤੇ ਬੀਜੇਪੀ ਦਾ ਅਲਾਈਅੰਸ ਸੀਗਾ 24 ਸਾਲ ਪਹਿਲਾਂ ਉਹ ਟੁੱਟਿਆ, ਉਹ ਸਾਂਝ ਟੁੱਟਣ ਕਰਕੇ ਪਾਰਟੀ ਨੂੰ ਤੇ ਪੰਜਾਬ ਨੂੰ ਕਿੰਨਾ ਕੁ ਨੁਕਸਾਨ ਹੋਇਆ? ਦੇਖੋ, ਗੱਲ ਇਹ ਹੈ ਕਿ ਜਿਹੜਾ ਸਾਡਾ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਂਝ ਸੀ ਬਹੁਤ ਪੁਰਾਣੀ ਸੀ ਔਰ ਖ਼ਾਸ ਤੌਰ ਤੇ ਉਸ ਟਾਈਮ ਦੇ ਉੱਤੇ ਇਹ ਸਾਂਝ ਬਣੀ। ਵਾਜਪੇਈ ਸਾਹਿਬ ਉਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਮੇਨ ਲੀਡਰ ਸੀ। ਜਦੋਂ ਪੰਜਾਬ ਬਹੁਤ 10 ਸਾਲ 15 ਸਾਲ ਦੇ ਮੁਸ਼ਕਿਲ ਹਾਲਾਤਾਂ ਦੇ ਵਿੱਚੋਂ ਨਿਕਲਿਆ ਸੀ, ਜਦੋਂ ਹਰ ਸਿੱਖ ਨੂੰ ਦੇਸ਼ ਦੇ ਵਿੱਚ ਕਿਸੇ ਵੀ ਪੰਜਾਬ ਤੋਂ ਬਾਹਰ ਜਾਂਦਾ ਸੀ ਤੇ ਉਹਨੂੰ ਵੱਖਵਾਦੀ ਦੇ ਤੌਰ ਦੇ ਉੱਤੇ, ਅੱਤਵਾਦੀ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ ਸੀ। ਉਸ ਵੇਲੇ ਜਦੋਂ ਇਹ ਅਲਾਇੰਸ ਬਣਿਆ ਸੀ ਤੇ ਇਹਦਾ ਬੜਾ ਵੱਡਾ ਫਾਇਦਾ ਜਿਹੜਾ ਉਸ ਮੁਸ਼ਕਿਲ ਹਾਲਾਤਾਂ ਦੇ ਵਿੱਚੋਂ ਨਿਕਲੇ ਪੰਜਾਬ ਦੇ ਖਾਸ ਕਰਕੇ ਸਿੱਖ ਕਮਿਊਨਿਟੀ ਨੂੰ ਹੋਇਆ ਸੀ। ਇੱਕ ਇਹਦੇ ਨਾਲ ਭਾਈਚਾਰਕ ਸਾਂਝ ਮਜ਼ਬੂਤ ਹੋਈ, ਇੱਕ ਸਟੈਬਿਲਿਟੀ ਇਸ ਖੇਤਰ ਦੇ ਵਿੱਚ ਆਈ। ਉਸ ਮਾੜੇ ਦੌਰ ਤੋਂ ਪੰਜਾਬ ਨੂੰ ਬਾਹਰ ਨਿਕਲਣ ਨੂੰ, ਨੌਜਵਾਨਾਂ ਨੂੰ ਨਵੇਂ ਸਿਰੇ ਤੋਂ ਆਪਣੇ ਆਪ ਨੂੰ ਸੈਟਲ ਕਰਨ ਦਾ ਇੱਕ ਮੌਕਾ ਮਿਲਿਆ। ਇਸ ਕਰਕੇ ਬੜਾ ਲੰਬਾ ਅਲਾਇੰਸ ਹੈ, ਪੰਜਾਬ ਦੀ ਡਿਵੈਲਪਮੈਂਟ ਦੇ ਵਿੱਚ ਬੜਾ ਅੱਛਾ ਉਹਨੇ ਰੋਲ ਪਲੇ ਕੀਤਾ। ਲੇਕਿਨ ਇੱਕ ਸਮਾਂ ਆ ਗਿਆ ਸੀ ਕਿ ਜਦੋਂ ਕਿ ਕਿਸਾਨੀ ਦਾ ਬੜਾ ਮਹੱਤਵਪੂਰਨ ਮੁੱਦਾ ਆਇਆ, 3 ਕਾਨੂੰਨ ਉਹਨਾਂ ਨੇ ਪਾਸ ਕੀਤੇ। ਅਸੀਂ ਉਸ ਵੇਲੇ ਵੀ ਕੋਸ਼ਿਸ਼ ਕੀਤੀ ਸੀ ਕਿ ਉਹਨਾਂ ਨੂੰ ਸਮਝਾ ਲਿਆ ਜਾਵੇ, ਜੋ ਇੱਕ ਆਪਣਾ ਭਾਈਵਾਲ ਹੋਣ ਦੇ ਨਾਤੇ ਸਾਡਾ ਫਰਜ਼ ਸੀ
ਪਰ ਉਹਨਾਂ ਨੇ ਨਹੀਂ ਮੰਨਿਆ। ਤੇ ਠੀਕ ਹੈ, ਸਾਂਝ ਭਾਵੇਂ ਬੜੀ ਪੁਰਾਣੀ ਸੀ, ਪਰ ਜਦੋਂ ਸਿਧਾਂਤਾਂ ਦੀ ਗੱਲ ਹੁੰਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਸਮਝੌਤਾ ਨਹੀਂ ਕੀਤਾ। ਫਿਰ ਅਸੀਂ ਕੈਬਨਿਟ 'ਚੋਂ ਵੀ ਅਸਤੀਫਾ ਦਿੱਤਾ, ਕਾਨੂੰਨਾਂ ਦਾ ਵਿਰੋਧ ਵੀ ਕੀਤਾ, ਉਸ ਤੋਂ ਬਾਅਦ ਐਨਡੀਏ ਤੋਂ ਵੀ ਅਸੀਂ ਬਾਹਰ ਜੀ। ਲੇਕਿਨ ਇਹ ਕੰਮ ਜਿਹੜੇ ਆ ਮੁਸ਼ਕਲ ਹੁੰਦੇ ਆ, ਇੱਦਾਂ ਦੇ ਫੈਸਲੇ ਲੈਣੇ, ਪਰ ਜਿੱਥੇ ਸਿਧਾਂਤਾਂ ਦੀ ਗੱਲ ਹੋਵੇ ਉੱਥੇ ਤੁਸੀਂ ਪਿੱਛੇ ਵੀ ਨਹੀਂ ਹਟ ਸਕਦੇ। ਇਸ ਕਰਕੇ ਬੜਾ ਸੋਚ ਕੇ ਇਹ ਫੈਸਲਾ ਪਾਰਟੀ ਨੇ ਲਿਆ। ਨਹੀਂ ਤਾਂ ਇੰਨੀ ਪੁਰਾਣੀ ਸਾਂਝ ਕੋਈ ਵੀ ਨਹੀਂ ਤੋੜਦਾ, ਪਰ ਇੱਕ ਪਾਸੇ ਫਿਰ ਦੋ ਹੀ ਗੱਲਾਂ ਸੀ, ਇੱਕ ਪਾਸੇ ਕਿਸਾਨੀ ਸੀ, ਜਾਂ ਅਸੀਂ ਆਪਣੇ ਅਸੂਲਾਂ ਦੇ ਉੱਤੇ ਖੜਦੇ ਜਾਂ ਉਹ ਸਾਡੀ ਗੱਲ ਮੰਨਦੇ। ਉਹਨਾਂ ਨੇ ਸਾਡੀ ਗੱਲ ਨਹੀਂ ਮੰਨੀ, ਫਿਰ ਅਸੀਂ ਆਪਣਾ ਰਖਤਾ ਤਿਆਰ ਕੀਤਾ। ਸਰ, ਇਲੈਕਸ਼ਨ ਦੀ ਜੇ ਗੱਲ ਕਰਦੇ ਹਾਂ ਤਾਂ ਇਲੈਕਸ਼ਨ ਰੈਲੀ, ਚੋਣ ਰੈਲੀ ਤੇ ਕਾਰਨਰ ਮੀਟਿੰਗ ਦੇ ਵਿਚਾਰ ਵਿਮਰਸ਼ ਕਰਨ ਲਈ ਤੁਸੀਂ ਹਾਲੇ ਹੀ ECI ਨੂੰ ਦੁਬਾਰਾ ਲੈਟਰ ਲਿਖੀ ਹੈ। ਤੇ ਤੁਹਾਨੂੰ ਲੱਗਦਾ ਵੀ ਕਰੋਨਾ ਮਹਾਕਾਲ ਦੇ ਸਮੇਂ ਤੇ ਇਹ ਮੰਗ ਘਰ ਘਰ ਪ੍ਰਚਾਰ ਕਰਨ ਦੀ ਇਜਾਜ਼ਤ ਹੈ ਸਰ? ਨਹੀਂ, ਦੇਖੋ ਗੱਲ ਇਹ ਹੈ ਕਿ ਹੁਣ ਇਲੈਕਸ਼ਨ ਅਨਾਉਂਸ ਹੋ ਗਈ ਜੀ, ਸਾਡੇ ਕੋਲੇ ਅਲੱਗ-ਅਲੱਗ ਤਰ੍ਹਾਂ ਦੇ ਖੇਤਰ ਨੇ, ਅਲੱਗ-ਅਲੱਗ ਤਰ੍ਹਾਂ ਦੇ ਵੋਟਰ ਨੇ। ਪਹਿਲੀ ਤਾਂ ਗੱਲ ਹੈ ਕਿ ਜੇ ਤੁਸੀਂ ਸਾਰੇ ਵੋਟਰਾਂ ਤੱਕ ਪਹੁੰਚ ਨਹੀਂ ਪਾ ਰਹੇ ਤੇ ਫਿਰ ਤੁਸੀਂ ਉਹਨਾਂ ਵੋਟਾਂ ਦੇ ਨਾਲ ਇਨਸਾਫ ਨਹੀਂ ਕਰ ਸਕਦੇ। ਅਸੀਂ ਵੀ ਜਾਣਦੇ ਹਾਂ ਬਿਮਾਰੀ ਦੇ ਵਿੱਚ ਸਾਰਿਆਂ ਦਾ ਰੋਲ ਬਣਦਾ ਕਿ ਆਪਾਂ ਆਪਣਾ ਯੋਗਦਾਨ ਦੇਣ, ਕੋਵਿਡ ਦੀਆਂ ਹਦਾਇਤਾਂ ਦਾ ਪਾਲਣ ਕਰਨ। ਵੱਡੀਆਂ ਰੈਲੀਆਂ ਵਾਸਤੇ ਅਸੀਂ ਪਹਿਲੇ ਕਿਹਾ ਕਿ ਜੇ ਤੁਸੀਂ ਨਹੀਂ ਚਾਹੁੰਦੇ ਤਾਂ ਨਾ ਕਰੋ, ਪਰ ਨੁੱਕੜ ਮੀਟਿੰਗਾਂ, ਛੋਟੀ-ਛੋਟੀਆਂ ਮੀਟਿੰਗਾਂ 100 ਬੰਦੇ ਦੀ, 50 ਬੰਦੇ ਦੀ, ਇਹਨਾਂ ਵੀ ਜੇ ਨਹੀਂ ਅਲਾਉ ਕਰੋਗੇ ਤਾਂ ਸਾਰੇ ਲੋਕਾਂ ਤੱਕ ਤੁਸੀਂ ਕਹੋ ਕਿ ਡਿਜੀਟਲੀ ਪਹੁੰਚ ਸਕੋਗੇ, ਪੋਸੀਬਲ ਨਹੀਂ, ਉਹ ਮੁਮਕਿਨ ਨਹੀਂ। ਪਹਿਲੀ ਗੱਲ ਆਪਣੇ ਘਰਾਂ 'ਚ ਦੇਖ ਲਓ, ਜਿੰਨੀ ਮਰਜ਼ੀ ਐਡਵਾਂਸ ਫੈਮਿਲੀ ਹੋਵੇ, 60-65 ਸਾਲ ਤੋਂ ਵੱਡੇ ਬਜ਼ੁਰਗ ਤਾਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਬਾਕੀ ਇਹਨਾਂ ਚੀਜ਼ਾਂ ਦੇ ਨਾਲ ਉਹ ਵਾਸਤੇ ਨਹੀਂ ਹੈ। ਦੂਜੀ ਗੱਲ ਹੈ ਕਿ ਬਹੁਤ ਸਾਰੇ ਗਰੀਬ ਸੈਕਸ਼ਨ ਸੁਸਾਇਟੀ ਦੇ ਹੈਗੇ ਆ ਜਿਨ੍ਹਾਂ ਕੋਲ ਇਹ ਸਹੂਲਤਾਂ ਹੀ ਨਹੀਂ ਹੈ, ਜਿਹੜੇ ਆਪਣੀ ਹੁਣ ਵੀ ਜਿਨ੍ਹਾਂ ਦੇ ਘਰਾਂ 'ਚ ਅਖਬਾਰ ਵੀ ਨਹੀਂ ਹੈ, ਟੈਲੀਵਿਜ਼ਨ ਵੀ ਨਹੀਂ ਹੈ, ਇਹੋ ਜਿਹੇ ਸਮਾਰਟਫੋਨ ਵੀ ਨਹੀਂ ਹੈ, ਔਰ ਬੜੀ ਮੁਸ਼ਕਿਲ ਦੇ ਵਿੱਚੋਂ ਨਿਕਲਦੇ। ਬੜਾ ਵੱਡਾ ਸੈਕਸ਼ਨ ਹੈ। ਇਹਦਾ ਮਤਲਬ ਵੀ ਉਹਨਾਂ ਤੱਕ ਤੁਹਾਡੀ ਪਹੁੰਚ ਬਿਲਕੁਲ ਨਹੀਂ ਹੋਊਗੀ। ਉਹ ਜਿਹੜਾ ਆਪਣਾ ਉਹਨਾਂ ਦਾ ਪੱਖ ਹੈ ਉਹ ਤੁਸੀਂ ਵੀ ਨਹੀਂ ਸਮਝ ਸਕੋਗੇ, ਤੇ ਉਹ ਵੀ ਆਪਣਾ ਬਣਦਾ ਰੋਲ ਜਿਹੜਾ ਉਹ ਇਲੈਕਸ਼ਨ ਦੇ ਵਿੱਚ ਨਹੀਂ ਨਿਭਾ ਪਾਉਣਾ। ਇੱਕ ਬਹੁਤ ਸਾਰੇ ਖੇਤਰ ਹੈ ਮੇਰੇ ਆਪਣੇ ਰੋਪੜ ਦੇ ਵਿੱਚ, ਪਹਾੜੀਆਂ ਦੇ ਨਾਲ ਬਹੁਤ ਪਿੰਡ ਹੈਗੇ ਜਿੱਥੇ ਇੰਟਰਨੈਟ ਵੀ ਨਹੀਂ ਚੱਲਦਾ, ਕਈ ਥਾਵਾਂ 'ਤੇ ਫੋਨ ਦੀ ਵੀ ਰੇਂਜ ਦੀ ਪ੍ਰੋਬਲਮ ਆਉਂਦੀ ਹੈ, ਤੇ ਇਹਨਾਂ ਥਾਵਾਂ ਦੇ ਉੱਤੇ ਤੁਸੀਂ ਕਿਵੇਂ ਸੰਪਰਕ ਕਰੋਗੇ? ਇਸ ਕਰਕੇ ਮਿਨੀਮਮ ਜਿਹੜੀ ਮੂਵਮੈਂਟ ਹੈ ਕੈਂਡੀਡੇਟ ਦੀ ਉਹ ਅਲਾਉ ਕਰਨੀ ਚਾਹੀਦੀ, ਜ਼ਰੂਰੀ ਹੈ। ਜਿਵੇਂ ਬਾਕੀ ਸਮਾਜਿਕ ਫੰਕਸ਼ਨਾਂ ਦੇ ਵਿੱਚ ਤੁਸੀਂ ਫਿਕਸ ਕੀਤਾ ਕਿ ਇਨਡੋਰ 50 ਦਾ ਹੋ ਜਾਵੇ, ਆਊਟਡੋਰ 100 ਦਾ ਹੋ ਜਾਵੇ, ਇਸੇ ਤਰ੍ਹਾਂ ਹੀ ਕਿਉਂਕਿ ਬਾਕੀ ਧਾਰਮਿਕ ਸਮਾਗਮ ਵੀ ਚੱਲ ਰਹੇ ਆ, ਸਮਾਜਿਕ ਵੀ ਚੱਲ ਰਹੇ ਆ, ਵਿਆਹ ਵੀ ਹੋ ਰਹੇ ਆ, ਦੂਜਾ ਵੀ ਹੋ ਰਿਹਾ, ਤੇ ਇਲੈਕਸ਼ਨ ਤੁਸੀਂ ਅਨਾਉਂਸ ਕਰ ਦਿੱਤੀ ਤੇ ਕੈਂਡੀਡੇਟ ਨੂੰ ਕਹੋਗੇ ਕਿਤੇ ਜਾਏਗਾ ਨਹੀਂ, ਤੇ ਉਹਦੇ ਨਾਲ ਕਿਤੇ ਨਾ ਕਿਤੇ ਵੋਟਰ ਦੇ ਨਾਲ ਬੇਇਨਸਾਫੀ ਹੁੰਦੀ, ਕਿਉਂਕਿ ਵੋਟਰ ਚਾਹੁੰਦਾ ਹੁੰਦਾ ਕਿ ਇਹਨਾਂ ਦਿਨਾਂ ਦੇ ਵਿੱਚ ਕੋਈ ਸਾਡੇ ਕੋਲ ਆਵੇ, ਸਾਡੀ ਦਿੱਕਤ ਵੀ ਸੁਣੇ। ਇੱਕ ਪਬਲਿਕ ਨੂੰ, ਲੋਕਾਂ ਨੂੰ ਸਮਝਣ ਦਾ, ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਦਾ ਵੀ ਇੱਕ ਪਾਰਟੀਆਂ ਕੋਲੇ ਸਮਾਂ ਹੁੰਦਾ, ਕਿਉਂਕਿ ਇਹਨਾਂ ਪਾਰਟੀਆਂ ਨੇ ਜਾ ਕੇ ਫਿਰ ਰਾਜ ਭਾਗ ਕਰਨਾ, ਤੇ ਜੇ ਤੁਸੀਂ ਉਹਨਾਂ ਦੀਆਂ ਥੱਲੇ ਦੀਆਂ ਲੋੜਾਂ ਹੀ ਸਮਝ ਕੇ ਨਹੀਂ ਆਉਂਦੇ ਤਾਂ ਤੁਸੀਂ ਕੱਲ੍ਹ ਨੂੰ ਜਾ ਕੇ ਉਹਨਾਂ ਨਾਲ ਇਨਸਾਫ ਕੀ ਕਰੋਗੇ? ਇਸ ਕਰਕੇ ਅਸੀਂ ਜਿਹੜੀ ਹੈ ਬੜੀ ਮੈਚੋਰਟੀ ਦੇ ਨਾਲ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਬਾਕੀ ਸਾਰੀ ਐਕਟੀਵਿਟੀ ਚੱਲ ਰਹੀ ਹੈ, ਬਾਜ਼ਾਰ ਖੁੱਲ੍ਹੇ ਆ, ਇੰਨੇ ਤਾਂ ਸਾਡੇ ਜਿਹੜੇ ਛੋਟੀ ਨੁੱਕਰ ਮੀਟਿੰਗਾਂ 'ਚ ਬੰਦੇ ਨਹੀਂ ਆਉਂਦੇ ਜਿੰਨੇ ਇੱਥੇ ਇਕੱਲੇ ਇੱਕ ਮਾਹੌਲ 'ਚ ਹੋਣੇ ਜੀ। ਇਸ ਕਰਕੇ ਜੇ ਇਹ ਸਾਰੀ ਐਕਟੀਵਿਟੀ ਚੱਲ ਰਹੀ ਹੈ, ਜ਼ਿਆਦਾਤਰ ਲਾਕਡਾਊਨ ਹੋਵੇ ਤਾਂ ਫਿਰ ਤਾਂ ਤੁਸੀਂ ਲੋਕਾਂ ਨੂੰ ਸਮਝਾ ਸਕਦੇ ਹੋ ਕਿ ਮੈਂ ਆ ਨਹੀਂ ਸਕਦਾ ਲਾਕਡਾਊਨ, ਤੇ ਐਕਟੀਵਿਟੀ ਸਾਰੀ ਚੱਲ ਰਹੀ ਹੈ, ਲੋਕਾਂ ਦੇ ਤਾਂ ਮੂਵਮੈਂਟ 'ਤੇ ਕਿਤੇ ਕੋਈ ਪ੍ਰੋਬਲਮ ਨਹੀਂ, ਇਕੱਲੀ ਕੈਂਡੀਡੇਟ ਦੀ ਮੂਵਮੈਂਟ 'ਤੇ ਪ੍ਰੋਬਲਮ। ਧਾਰਮਿਕ ਸਮਾਗਮ ਇੰਨੇ ਵੱਡੇ ਹੋ ਰਹੇ ਆ, ਠੀਕ ਹੈ ਨਾ, ਵਿਆਹ ਸ਼ਾਦੀਆਂ ਸਮਾਗਮ ਸਾਰੇ ਚੱਲ ਰਹੇ, ਤੇ ਤਾਂ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਕਿਹਾ ਸੀ ਕਿ ਇਹ ਜ਼ਰੂਰੀ ਹੋ ਜਾਂਦਾ ਕਿ ਤੁਸੀਂ ਆਪਣੇ ਵੋਟਰ ਨਾਲ ਇਨਸਾਫ ਕਰਨ ਵਾਸਤੇ ਮਿਨੀਮਮ ਇੱਕ ਫਿਕਸ ਕਰ ਦਿਓ, ਉੱਥੇ ਕੋਵਿਡ ਦੀਆਂ ਪ੍ਰੀਕਾਸ਼ਨਸ ਯੂਜ਼ ਕੀਤੇ ਜਾਣ, ਮਾਸਕ ਦਾ ਤੁਸੀਂ ਕਹਿ ਦਿਓ ਉੱਥੇ ਵਰਤੋਂ ਹੋਵੇ, ਉਹ ਚੀਜ਼ਾਂ ਸਾਡੀ ਡਿਊਟੀ ਆ, ਉਹ ਕਰਨੀਆਂ ਚਾਹੀਦੀਆਂ, ਲੇਕਿਨ ਨਾਲ ਇਹਨਾਂ ਕੁ ਜ਼ਰੂਰ ਅਲਾਉ ਕਰਨਾ ਚਾਹੀਦਾ ਕਿ ਤੁਸੀਂ ਆਪਣਾ ਕੰਪੇਨਿੰਗ ਦਾ ਕੰਮ ਜਿਹੜਾ ਉਹ ਕਰ ਸਕੋ। ਸਰ, ਐਜੂਕੇਸ਼ਨ ਸਿਸਟਮ ਦੀ ਜੇ ਗੱਲ ਕਰਦੇ ਹਾਂ, ਤੁਸੀਂ ਪੰਜਾਬ ਦੇ ਐਜੂਕੇਸ਼ਨ ਸਿਸਟਮ ਨੂੰ ਬਹੁਤ ਕਰੀਬੀ ਦੇਖਿਆ, ਪਰਖਿਆ, ਤੇ ਜਿਹੜੀ ਲੈਕ ਆਫ ਏਮਪਲੋਇਮੈਂਟ ਓਪਰਚੁਨਿਟੀਜ਼ ਹੈ, ਜਾਂ ਆਪਾਂ ਕਹਿ ਸਕਦੇ ਹਾਂ ਲੈਕ ਆਫ ਕੁਆਲਿਟੀ ਏਮਪਲੋਇਮੈਂਟ ਓਪਰਚੁਨਿਟੀਜ਼ ਹੈ ਪੰਜਾਬ ਦੇ ਵਿੱਚ, ਜਿਹਦੇ ਕਰਕੇ ਬ੍ਰੇਨ ਡਰੇਨ ਤੇ ਕੈਪੀਟਲ ਡਰੇਨ ਤੇ ਲਾਸ ਆਫ ਡੈਮੋਗ੍ਰਾਫਿਕ ਡਿਵੀਡੈਂਡ ਜੋ ਹੋ ਰਿਹਾ, ਇਹ ਜਿਹੜੀ ਸਮੱਸਿਆਵਾਂ ਉੱਭਰ ਕੇ ਆ ਰਹੀਆਂ, ਤੇ ਜਿਹੜਾ ਪੰਜਾਬ ਦੀ ਨੌਜਵਾਨ ਪੀੜ੍ਹੀ ਹੈ, ਬੈਚ ਦੇ ਬੈਚ, ਸਕੂਲਾਂ ਦੇ ਬੈਚ ਉੱਠ ਕੇ ਵਿਦੇਸ਼ਾਂ ਵੱਲ ਰੁਖ ਕਰ ਰਹੇ ਨੇ। ਸੋ ਤੁਹਾਨੂੰ ਲੱਗਦਾ ਵੀ ਐਜੂਕੇਸ਼ਨ ਸਿਸਟਮ 'ਚ ਕੁਝ ਲੂਪ ਹੋਲਸ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਤੇ ਬਿਹਤਰੀ ਦੀ ਉਮੀਦ ਕੀਤੀ ਜਾ ਸਕਦੀ ਹੈ? ਐਜੂਕੇਸ਼ਨ ਦੇ ਵਿੱਚ ਸਮੇਂ ਦੇ ਹਿਸਾਬ ਦੇ ਨਾਲ ਬਹੁਤ ਵੱਡੀਆਂ ਤਬਦੀਲੀਆਂ ਦੀ ਲੋੜ ਆ ਜੀ, ਕਿਉਂਕਿ ਇੱਕ ਤਾਂ ਇਹ ਹੈ ਕਿ ਕੁਆਲਿਟੀ ਐਜੂਕੇਸ਼ਨ, ਔਰ ਦੂਸਰਾ ਹੈ ਕਿ ਹਰ ਬੱਚੇ ਨੂੰ ਕੋਈ ਨਾ ਕੋਈ ਹੁਨਰ ਸਿੱਖਣਾ ਚਾਹੀਦਾ।
ਜਿਹੜੀ ਵੋਕੇਸ਼ਨਲ ਐਜੂਕੇਸ਼ਨ ਹੈ ਉਹ ਸਮੇਂ ਦੀ ਬਹੁਤ ਵੱਡੀ ਲੋੜ ਹੈ। ਇਸ ਕਰਕੇ ਡੇ ਬਾਈ ਡੇ ਬੜੀਆਂ ਵੱਡੀਆਂ ਤਬਦੀਲੀਆਂ ਐਜੂਕੇਸ਼ਨ ਦੇ ਵਿੱਚ ਆ ਵੀ ਰਹੀਆਂ, ਪਰ ਹੁਣ ਸਾਨੂੰ ਬੱਚੇ ਨੂੰ ਉਹ ਚੀਜ਼ ਹੀ ਪੜ੍ਹਾਉਣੀ ਚਾਹੀਦੀ ਹੈ, ਸਕਿੱਲ ਡਿਵੈਲਪਮੈਂਟ ਵਾਲੇ ਪਾਸੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਕਿ ਜਿਹੜੀ ਚੀਜ਼ ਸਿੱਖ ਕੇ ਬੱਚਾ ਕੱਲ੍ਹ ਨੂੰ ਕੋਈ ਨਾ ਕੋਈ ਆਪਣੀ ਰੋਟੀ ਰੋਜੀ ਕਮਾ ਸਕੇ। ਇਹਦੇ ਵਾਸਤੇ ਬੜੀਆਂ ਵੱਡੀਆਂ ਤਬਦੀਲੀਆਂ ਜਿਹੜੀਆਂ ਨੈਸ਼ਨਲ ਲੈਵਲ ਦੇ ਉੱਤੇ ਵੀ, ਸਟੇਟਾਂ ਦੇ ਲੈਵਲ ਦੇ ਉੱਤੇ ਵੀ ਲੈ ਕੇ ਆਉਣੀਆਂ ਪੈਣਗੀਆਂ। ਉਹਦੇ ਵਾਸਤੇ ਬੜੀ ਵੱਡੀ ਬਜਟਰੀ ਸਪੋਰਟ ਵੀ ਚਾਹੀਦੀ ਹੈ, ਲੇਕਿਨ ਇਸ ਗੱਲ ਦਾ ਅਫਸੋਸ ਹੁੰਦਾ ਕਿ ਹਾਲੇ ਜਿੰਨਾ ਅਸੀਂ ਆਪਣਾ ਬਜਟ ਦਾ ਬਹੁਤ ਘੱਟ ਹਿੱਸਾ ਐਜੂਕੇਸ਼ਨ ਦੇ ਉੱਤੇ ਸਾਰੀਆਂ ਸਰਕਾਰਾਂ ਭਾਵੇਂ ਕੇਂਦਰ ਦੀਆਂ ਭਾਵੇਂ ਸੂਬੇ ਦੀਆਂ ਖਰਚ ਕਰਦੀਆਂ, ਉਹਦੀ ਐਜੂਕੇਸ਼ਨ ਦੀ ਫੰਡਿੰਗ ਵੀ ਜਿਹੜੀ ਹੈ ਉਹ ਸਮੇਂ ਦੇ ਮੁਤਾਬਕ ਵਧਾਉਣ ਦੀ ਲੋੜ ਪਈ। ਬਾਕੀ ਜਿਹੜੇ ਬੱਚੇ ਬਾਹਰਲੇ ਦੇਸ਼ਾਂ ਨੂੰ ਭੱਜੇ ਜਾ ਰਹੇ ਆ, ਉਹ ਮੈਂ ਸਮਝਦਾ ਕਿ ਉਹ ਵੀ ਇੱਕ ਜਿਹੜੀ ਹੈ ਇੱਕ ਜ਼ਿਆਦਾਤਰ ਦੇਖਾ ਦੇਖੀ ਜ਼ਿਆਦਾ ਹੋ ਰਿਹਾ, ਆਊਟ ਆਫ ਕ੍ਰੇਜ਼। ਜੇ ਅਸਲੀਅਤ 'ਚ ਸਾਨੂੰ ਵੀ ਬਾਹਰ ਜਾਣ ਦਾ ਮੌਕਾ ਮਿਲਦਾ, ਉੱਥੇ ਵੀ ਜਾ ਕੇ ਕੋਈ ਨਾ ਸੌਖਾ ਨਹੀਂ। ਜਿੰਨਾ ਮਿਹਨਤ ਉੱਥੇ ਜਾ ਕੇ ਕਰਨੀ ਪੈਂਦੀ ਹੈ, ਜੇ ਉਹ ਬੱਚਾ ਇੱਥੇ ਮਾਪਿਓ ਦੀ ਗੱਲ ਮੰਨ ਲਵੇ ਤੇ ਇੱਥੇ ਕਰੇ ਤਾਂ ਸ਼ਾਇਦ ਇੱਥੇ ਕਈ ਚੀਜ਼ਾਂ ਉਹਦੇ ਵਾਸਤੇ ਮਾਹੌਲ, ਪਰਿਵਾਰਕ ਮਾਹੌਲ, ਬਾਕੀ ਸਪੋਰਟ ਜਿਹੜੀ ਉੱਥੇ ਜਾ ਕੇ ਤੁਹਾਨੂੰ ਨਹੀਂ ਹੁੰਦੀ, ਉਹ ਚੀਜ਼ਾਂ ਇੱਥੇ ਕਈ ਬਹੁਤ ਬੈਟਰ ਹੋ ਸਕਦੀਆਂ। ਪਰ ਕਈ ਵਾਰੀ ਇਹ ਕਿ ਸਾਨੂੰ ਪਤਾ ਨਹੀਂ ਹੁੰਦਾ, ਅਸੀਂ ਸੋਚਦੇ ਵੀ ਸ਼ਾਇਦ ਉੱਥੇ ਲੈਂਡ ਕਰਨ ਦੇ ਨਾਲ ਹੀ ਸਾਰਾ ਹਾਲਾਤ ਬਦਲ ਜਾਂਦੇ ਆ, ਉੱਥੇ ਵੀ ਇੰਨਾ ਸੌਖਾ ਨਹੀਂ ਹੈ। ਇਹ ਵੀ ਮੈਂ ਸਮਝਦਾ ਕਿ ਗੌਰਮੈਂਟਾਂ ਦੀ ਵੀ ਡਿਊਟੀ ਬਣ ਜਾਣੀ ਚਾਹੀਦੀ ਹੈ ਕਿ ਉਹਨਾਂ ਬੱਚਿਆਂ ਨੂੰ ਵੀ ਐਜੂਕੇਟ ਵੀ ਕਰਨਾ, ਕਿ ਜੇ ਬਾਹਰ ਵੀ ਜਾਣਾ ਚਾਹੁੰਦਾ ਤਾਂ ਸਾਨੂੰ ਵੀ ਕੋਈ ਸਿਸਟਮ ਬਣਾਉਣਾ ਚਾਹੂਗਾ ਕਿ ਉਹਨੂੰ ਇੱਥੇ ਬੈਠੇ ਵੀ ਉੱਥੇ ਦੀਆਂ ਹਕੀਕਤਾਂ ਤੋਂ ਵੀ ਬੱਚੇ ਨੂੰ ਜਾਣੂ ਕਰਾਈਏ ਕਿ ਉੱਥੇ ਵੀ ਸਾਰਿਆਂ ਵਾਸਤੇ ਐਡਾ ਸੌਖਾ ਕੰਮ ਨਹੀਂ ਹੈ। ਜਿਹੜੇ ਉੱਥੇ ਜਾਂਦੇ ਆ ਉਹਨਾਂ ਦੀਆਂ ਕੀ ਸਟੋਰੀਜ਼ ਆ, ਉਹ ਵੀ ਇੱਥੇ ਦੇ ਬੱਚਿਆਂ ਨਾਲ ਸਾਂਝੀਆਂ ਕਰਨੀਆਂ ਚਾਹੀਦੀਆਂ ਕਿ ਇੰਨਾ ਈਜ਼ੀ ਕੰਮ ਨਹੀਂ ਹੈ। ਜੇ ਇੰਨੀ એનર્ਜੀ ਤੁਸੀਂ ਇੱਥੇ ਫੋਕਸ ਕਰਕੇ ਲਗਾ ਲਓ ਤੇ ਸ਼ਾਇਦ ਤੁਸੀਂ ਉੱਥੇ ਨਾਲੋਂ ਬੈਟਰ ਤਰੀਕੇ ਦੇ ਨਾਲ ਇੱਥੇ। ਪਰ ਸਰ ਘਰ ਨੌਕਰੀ ਦੇ ਵਾਅਦੇ, ਵਜ਼ੀਫਿਆਂ ਦੇ ਵਾਅਦੇ ਤੋਂ ਬਾਅਦ ਵੀ ਐਮਪਲੋਇਮੈਂਟ ਰੇਟ ਘਟਿਆ, ਇਹਦੇ ਮੁੱਖ ਕਾਰਨ ਕੀ ਹੋ ਸਕਦਾ ਹੈ? ਪਹਿਲਾਂ ਤਾਂ ਵਾਅਦੇ ਹੀ ਹੁੰਦੇ ਗਲਤ ਨੇ। ਇਹ ਵਾਅਦੇ ਹੁੰਦੇ ਇਲੈਕਸ਼ਨ ਜਿੱਤਣ ਵਾਸਤੇ, ਜਿਵੇਂ ਕਾਂਗਰਸ ਨੇ ਪਿਛਲੀ ਵਾਰੀ ਕਰ ਦਿੱਤਾ ਸਾਰਾ ਕਰਜ਼ਾ ਮਾਫ ਕਰਨ ਦਾ, ਸਾਰਾ ਐਮਪਲੋਇਮੈਂਟ ਦਾ। ਸਾਨੂੰ ਜਿਹੜੀ ਹੈ ਐਮਪਲੋਇਮੈਂਟ ਗਵਰਨਮੈਂਟ ਦੀ ਜਿਹੜੀ ਹੈ ਇੱਕ ਫਿਕਸ ਹੈ ਉਹਨਾਂ ਦਾ ਨੰਬਰ ਕਿ 4.25 ਲੱਖ ਗਵਰਨਮੈਂਟ ਦਾ ਐਮਪਲਾਈ ਜੀ। ਇਹ ਸੋਚ ਕੇ ਚੱਲਣਾ ਚਾਹੀਦਾ ਹੈ ਕਿ ਜਿਹੜਾ ਐਮਪਲਾਈ ਇੱਕ ਦਿਨ ਗਵਰਨਮੈਂਟ 'ਚ ਜਿਸ ਦਿਨ ਦਾਖਲ ਹੋ ਗਿਆ ਉਹਨੇ 35 ਸਾਲ ਰਹਿਣਾ। ਹਾਂਜੀ। ਕੋਈ ਇਹ ਤਾਂ ਹੈ ਨਹੀਂ ਉਹ 35 ਸਾਲ ਜਾਊਗਾ ਤਾਂ ਉਹਦਾ ਪੋਤਰਾ ਫਿਰ ਉਹਦੀ ਥਾਂ 'ਤੇ ਫਿਰ ਨੌਕਰੀ 'ਤੇ ਆਊਗਾ। ਅਦਰਵਾਈਜ਼ ਇਹ ਤਾਂ ਹੈ ਨਹੀਂ ਜਿੰਨੀ ਰਿਟਾਇਰਮੈਂਟ ਹੁੰਦੀ ਹੈ ਉਨੇ ਕੋਈ ਤੁਸੀਂ ਅਬਜ਼ਰਵ ਗਵਰਨਮੈਂਟ 'ਚ ਕਰ ਸਕਦੇ। ਕੋਈ ਵੀ ਮਹਿਕਮਾ ਜਿਹੜਾ ਵੀ ਇੱਕ ਦਿਨ ਆ ਗਿਆ ਉਹਨੇ 58 ਸਾਲ 60 ਸਾਲ ਦੀ ਉਮਰ ਤੱਕ ਕੰਮ ਕਰਨਾ। ਇਸ ਕਰਕੇ ਉਹਦੇ ਵਿੱਚ ਤਾਂ ਉਹਨਾਂ ਕੋਈ ਸਕੋਪ ਹੁੰਦਾ ਕਿ ਜਿੰਨੀ ਕੋਈ ਰਿਟਾਇਰਮੈਂਟ ਹੁੰਦੀ ਹੈ ਦੂਜੀ ਹੁੰਦੀ। ਬਾਕੀ ਇਹ ਹੈ ਕਿ ਸਾਨੂੰ ਇੱਥੇ ਇੰਡਸਟਰੀਅਲ ਇਨਵੈਸਟਮੈਂਟ ਜਿਹੜੀ ਹੈ ਉਹਦੇ ਵਾਸਤੇ ਜਿਹੜੀ ਹੈ ਮਿਹਨਤ ਕਰਨੀ ਪਏਗੀ, ਐਗਰੋ ਬੇਡ ਇੰਡਸਟਰੀ ਵਾਸਤੇ ਮਿਹਨਤ ਕਰਨੀ ਪਊਗੀ, ਸਕਿੱਲ ਡਿਵੈਲਪਮੈਂਟ 'ਤੇ ਜ਼ੋਰ ਦੇਣਾ ਪਊਗਾ ਕਿ ਤਾਂ ਜੋ ਬੱਚੇ ਕੁਝ ਨਾ ਕੁਝ ਸਿੱਖ ਕੇ ਤੇ ਕੁਝ ਆਪਣਾ ਪੈਰਾਂ 'ਤੇ ਆਪ ਖੜੇ ਹੋ ਕੇ ਆਪਣਾ ਕੋਈ ਕੰਮ ਜਿਹੜਾ ਉਹ ਕਰ ਸਕਣ। ਉਹਦੇ ਵਾਸਤੇ ਬੱਚਿਆਂ ਨੂੰ ਵੀ ਤਿਆਰ ਹੋਣਾ ਚਾਹੀਦਾ ਔਰ ਗਵਰਨਮੈਂਟਾਂ ਨੂੰ ਵੀ ਆਪਣੀ ਸਿੰਸੀਅਰਲੀ ਮਿਹਨਤ ਜਿਹੜੀ ਆ ਉਹ ਕਰਨੀ ਚਾਹੀਦੀ। ਸਰ ਇਸੇ ਦੇ ਕਰਕੇ ਹੀ ਕੇਜਰੀਵਾਲ ਜੀ ਨੇ ਹਾਲੇ 5 ਵਾਅਦੇ ਕੀਤੇ ਐਸੀ ਵਰਗ ਦੇ ਲੋਕਾਂ ਲਈ, ਚਾਹੇ ਉਹ ਫ੍ਰੀ ਮੈਡੀਕਲ ਫੈਸਿਲਿਟੀਜ਼ ਹੈ ਜਾਂ ਫ੍ਰੀ ਮੈਡੀਕਲ ਕੋਚਿੰਗ, IIT ਕੋਚਿੰਗ, IAS ਕੋਚਿੰਗ ਹੈ, ਤੇ ਉਸ ਤੋਂ ਬਾਅਦ 18 ਸਾਲ ਤੋਂ ਵੱਧ ਉਮਰ ਦੀ ਕੁੜੀਆਂ ਲਈ ਉਹਨਾਂ ਨੇ 1000 ਰੁਪਏ ਮਹੀਨੇ ਦਾ ਵਜ਼ੀਫਾ ਲਾਇਆ। ਤੁਹਾਨੂੰ ਲੱਗਦਾ ਵੀ ਇਹ ਜਿਹੇ ਉਪਰਾਲੇ ਪੰਜਾਬ ਸਰਕਾਰ ਵੱਲੋਂ ਵੀ ਕੀਤੇ ਜਾਣੇ ਚਾਹੀਦੇ ਨੇ? ਨਹੀਂ, ਦੇਖੋ ਗੱਲ ਇਹ ਹੈ ਕਿ ਕੇਜਰੀਵਾਲ ਦਾ ਤਾਂ ਮਤਲਬ ਮਾਡਲ ਹੀ ਇਹੋ ਜਿਹਾ ਕਿ ਉਹਨੇ ਸਾਰਿਆਂ ਨੂੰ ਗੁੰਮਰਾਹ ਕਰਕੇ ਤੇ ਆਪਣਾ ਮਤਲਬ ਕੱਢਣਾ। ਉਹ ਕਦੀ ਵੀ ਰਿਐਲਿਟੀ ਬੇਸਡ ਗੱਲ ਜਿਹੜੀ ਹੈ ਉਹ ਨੌਜਵਾਨਾਂ ਨਾਲ ਨਹੀਂ ਕਰਦਾ। ਹਾਲਾਂਕਿ IIT ਦਾ ਗ੍ਰੈਜੂਏਟ ਹੈ, ਜੋ ਉਮੀਦ ਕੀਤੀ ਜਾਂਦੀ ਹੈ ਕਿ ਇਸ ਬੰਦੇ ਨੂੰ ਕੁਝ ਚੀਜ਼ਾਂ ਪਤਾ, ਪਰ ਉਹ ਜਾਣ ਬੁੱਝ ਕੇ ਜਿਹੜਾ ਸਟੂਡੈਂਟਸ ਨੂੰ ਉਹਦੇ ਆਪੋਜਿਟ ਪੜ੍ਹਾ ਕੇ ਆਪਣਾ ਮਨੋਰਥ ਜਿਹੜਾ ਉਹ ਹੱਲ ਕਰਨਾ ਚਾਹੁੰਦਾ। ਔਰ ਇੱਥੇ ਦੇ ਬੱਚਿਆਂ ਨੂੰ, ਪੰਜਾਬ ਦੀ ਜਨਤਾ ਨੂੰ ਦਿੱਲੀ ਮਾਡਲ ਦਾ ਭੁਲੇਖਾ ਪਾ ਕੇ ਤੇ ਇਹ ਨਾ ਦੱਸਣਾ ਕਿ ਪੰਜਾਬ ਦਾ ਤੁਹਾਡਾ ਬਜਟ ਕੀ ਹੈ, ਤੁਹਾਡੇ ਇੱਥੇ ਸੋਰਸਿਸ ਕੀ ਹੈ, ਉਹਨਾਂ ਨੂੰ ਸੁਪਨੇ ਦਿਖਾਈ ਜਾਣੇ ਇੱਕ ਸ਼ਹਿਰ ਦੇ। ਇਹ ਮੈਂ ਸਮਝਦਾ ਪੰਜਾਬ ਵਾਸੀਆਂ ਨਾਲ ਵੈਸੇ ਬਹੁਤ ਵੱਡਾ ਧੋਖਾ। ਦਿੱਲੀ ਦੇਖੋ ਕੈਪੀਟਲ ਸਿਟੀ ਹੈ, ਦਿੱਲੀ ਦੇ ਵਿੱਚ ਅੱਧੇ ਤੋਂ ਵੱਧ ਭਾਰ ਜਿਹੜਾ ਉਹ ਗਵਰਨਮੈਂਟ ਆਫ ਇੰਡੀਆ ਨੇ ਚੁੱਕਿਆ ਹੋਇਆ, ਜਿਹਦਾ ਕੇਜਰੀਵਾਲ ਨੇ। ਦਿੱਲੀ ਰਿਚੈਸਟ ਸਟੇਟ ਹੈ, ਕਿੰਨੀਆਂ ਕੰਪਨੀਆਂ ਹੈਗੀਆਂ ਜਿਹੜੀਆਂ ਬੈਠੇ ਬਿਠਾਏ ਟੈਕਸ ਜਿਹੜਾ ਉਹ ਦਿੱਲੀ ਦੀ ਸਰਕਾਰ ਨੂੰ ਜਿਹੜਾ ਉੱਥੇ ਦੇਈ ਜਾਂਦੀ ਹੈ। ਉੱਥੇ ਦੇ ਜੇ ਤੁਸੀਂ ਜਿਹੜੇ 70 ਸਾਲ ਤੋਂ ਲੈ ਕੇ ਜਦੋਂ ਤੋਂ ਦੇਸ਼ ਆਜ਼ਾਦ ਹੋਇਆ, ਆਜ਼ਾਦੀ ਤੋਂ ਪਹਿਲਾਂ ਵੀ ਉਹ ਤਾਂ ਸੱਤਾ ਦਾ ਕੇਂਦਰ ਹੀ ਰਿਹਾ, ਮੁਗਲਾਂ ਦੇ ਟਾਈਮ ਤੋਂ ਹੀ ਸੱਤਾ ਦਾ ਕੇਂਦਰ ਰਿਹਾ। ਉੱਥੇ ਦੇ ਇੱਕ ਸ਼ਹਿਰ ਦੀਆਂ ਜਿਹੜੀਆਂ ਸਹੂਲਤਾਂ ਨੇ ਉੱਥੇ ਬਣੀਆਂ ਹੋਈਆਂ ਇੰਨੇ ਲੰਬੇ ਸਮੇਂ ਤੋਂ,
ਉਹਦਾ ਕ੍ਰੈਡਿਟ ਤੁਸੀਂ ਲਈ ਜਾਓ ਤੇ ਲੋਕਾਂ ਨੂੰ ਕਹੋ ਕਿ ਮੈਂ ਇਦਾਂ ਦੇ ਸਕੂਲ ਇੱਥੇ ਬਣਾ ਦੂੰਗਾ, ਇਹ ਗਲਤ ਸੁਪਨੇ ਦਿਖਾਉਣ ਵਾਲੀ ਗੱਲ। ਉਹਨਾਂ ਕੋਲ 1400-1500 ਸਕੂਲ ਹੈ ਸਾਰੀ ਦਿੱਲੀ ਦੇ ਵਿੱਚ, ਸਾਡੇ 19,500 ਸਕੂਲ ਹੈ। ਸ਼ਹਿਰ ਦਾ ਸਕੂਲ ਕਿਤੇ ਵੀ ਮਾੜਾ ਨਹੀਂ ਹੁੰਦਾ। ਤੁਸੀਂ ਪੰਜਾਬ ਦੇ ਵੀ ਵੱਡੇ ਸ਼ਹਿਰਾਂ 'ਚ ਚਲੇ ਜਾਓਗੇ, ਬਹੁਤ ਅੱਛੇ ਸਰਕਾਰੀ ਸਕੂਲ ਹੈ ਸ਼ਹਿਰਾਂ ਦੇ ਵਿੱਚ, ਕਿਉਂਕਿ ਨਾ ਉੱਥੇ ਬੱਚਿਆਂ ਦੀ ਘਾਟ ਹੁੰਦੀ, ਨਾ ਉੱਥੇ ਸਟਾਫ ਦੀ ਘਾਟ ਹੁੰਦੀ, ਨਾ ਉੱਥੇ ਬਿਲਡਿੰਗ ਦੀ ਘਾਟ ਹੁੰਦੀ। ਜਦੋਂ ਬਾਰਡਰ ਦੇ ਉੱਤੇ ਜਾ ਕੇ ਤੁਹਾਨੂੰ ਸਕੂਲ ਖੋਲ੍ਹਣੇ ਪੈਂਦੇ ਆ, ਕੰਢੀ ਏਰੀਆ ਦੇ ਵਿੱਚ ਪਹਾੜੀਆਂ ਦੇ ਵਿੱਚ ਜਾ ਕੇ 10-10 15-15 ਬੱਚਿਆਂ ਪਿੱਛੇ ਸਕੂਲ ਚਲਾਉਣੇ ਪੈਂਦੇ ਆ, ਜਿੱਥੇ ਪਹੁੰਚਣਾ ਬਹੁਤ ਮੁਸ਼ਕਲ ਹੁੰਦਾ, ਉੱਥੇ ਜਾ ਕੇ ਪਤਾ ਲੱਗਦਾ ਕਿ ਸਕੂਲ ਚਲਾਉਣਾ ਕਿੰਨਾ ਡਿਫਿਕਲਟ। ਇਸ ਕਰਕੇ ਪਹਿਲਾਂ ਤਾਂ 19,500 ਸਕੂਲ ਹੈ ਪੰਜਾਬ ਦੇ, ਅਤੇ ਉਹਦੇ 1400 ਸਕੂਲ ਹੈ। ਦੋਨਾਂ ਦਾ ਕੰਪੈਰੀਜ਼ਨ ਕਿਵੇਂ ਕਰੀ ਜਾਂਦਾ? ਉਹਦਾ ਬਜਟ ਸਾਡੇ ਤੋਂ ਕਈ ਗੁਣਾ ਜ਼ਿਆਦਾ, ਅਤੇ ਇਹ ਬਜਟ ਜਿਹੜਾ ਸਾਰੀ ਸਟੇਟ ਦੇ ਲੋਕਾਂ 'ਤੇ ਵੰਡ ਕੇ ਲੱਗਣਾ। ਇਸ ਕਰਕੇ ਸਭ ਤੋਂ ਵੱਡਾ ਧੋਖਾ ਹੀ ਇਹ ਹੈ ਕਿ ਉਹ ਮਾਡਲ ਦਿੱਲੀ ਦਾ ਦਿਖਾਉਂਦਾ, ਪੈਸਾ ਦਿੱਲੀ ਦਾ ਦਿਖਾਉਂਦਾ, ਅਤੇ ਸੁਪਨੇ ਪੰਜਾਬ ਦੇ ਲੋਕਾਂ ਨੂੰ ਦਿਖਾਈ ਜਾਂਦੇ। ਰਾਦਰ ਇੱਥੇ ਕੰਮ ਕਰਨਾ ਬਹੁਤ ਔਖਾ। ਇੱਥੇ ਦੇ ਮੁੱਖ ਮੰਤਰੀ ਦੀ ਜ਼ਿੰਮੇਵਾਰੀਆਂ, ਬਾਰਡਰ ਸਟੇਟ ਹੈ, ਬੜੇ ਸਾਡੀਆਂ ਹੋਰ ਤਰ੍ਹਾਂ ਦੀਆਂ ਚੁਣੌਤੀਆਂ ਨੇ ਇੱਥੇ ਸਾਡਾ ਇੰਟਰਨਲ ਸਿਕਿਉਰਿਟੀ ਦੇ ਉੱਤੇ ਬਹੁਤ ਵੱਡਾ ਖਰਚਾ ਹੁੰਦਾ। ਉਸ ਰਿਐਲਿਟੀ ਨੂੰ ਲੋਕਾਂ ਨੂੰ ਦੱਸਣ ਦੀ ਬਜਾਏ ਤੁਸੀਂ ਸਾਰਾ ਦਿਨ ਜਿਹੜੇ ਆ 10-15 ਦਿਨਾਂ ਬਾਅਦ ਦਿੱਲੀੋਂ ਆਉਂਦੇ ਹੋ ਅਤੇ ਇੱਕ ਪ੍ਰੈਸ ਕਾਨਫਰੰਸ ਕਰਕੇ ਝੂਠੇ ਐਲਾਨ ਕਰਕੇ ਚਲੇ ਜਾਂਦੇ ਹੋ। ਇੱਥੇ ਤੁਸੀਂ 1000 ਰੁਪਇਆ ਲੇਡੀਜ਼ ਨੂੰ ਕਹੀ ਜਾਂਦੇ, ਫਿਰ ਦਿੱਲੀ ਤੁਸੀਂ 13-14 ਸਾਲ ਦੀ ਸਰਕਾਰ ਹੈ, ਉੱਥੇ ਕਿਉਂ ਨਹੀਂ ਦਿੱਤਾ? ਜਿਹੜੀ ਚੀਜ਼ ਤੁਸੀਂ ਇੰਨੀ ਰਿਚ ਸਟੇਟ ਹੋਣ ਦੇ ਬਾਵਜੂਦ ਵੀ ਦਿੱਲੀ 'ਚ ਨਹੀਂ ਦਿੱਤੀ, ਉੱਥੇ ਨਹੀਂ ਦਿੱਤਾ, ਉਹ ਤੁਸੀਂ ਇੱਥੇ ਜਿਹੜੀ ਇੱਕ ਬੈਂਕਰਪਟ ਸਟੇਟ ਹੋਈ ਪਈ ਆ, ਉੱਥੇ ਆ ਕੇ ਤੁਸੀਂ ਇਸ ਤਰੀਕੇ ਕਹੋਗੇ, ਤੇ ਉਹ ਮੰਨਣ ਲਾਇਕ ਨਹੀਂ ਹੈ। ਇਸ ਕਰਕੇ ਉਹਦਾ ਤਾਂ ਇੱਕ ਧੰਦਾ ਬਣ ਗਿਆ ਕਿ ਗੁੰਮਰਾਹ ਕਿਸ ਤਰ੍ਹਾਂ ਕਰਨਾ ਉਹਨੂੰ। ਉਹ ਤਾਂ ਜਿਹੜੀ ਉਹਨੂੰ ਟੈਕਨੋਲੋਜੀ ਦੀ ਨੌਲੇਜ ਵੀ ਹੈ, ਉਹ ਲੋਕਾਂ ਨੂੰ ਮਿਸਲੀਡ ਕਰਨ ਵਾਸਤੇ ਯੂਜ਼ ਕਰਨਾ। ਸਰ, ਲਾਅ ਐਂਡ ਆਰਡਰ ਦੀ ਜੋ ਮੌਜੂਦਾ ਸਥਿਤੀ ਹੈ ਪੰਜਾਬ ਦੇ ਵਿੱਚ, ਹਾਲੇ ਜਿਹੜਾ PM ਨਰਿੰਦਰ ਮੋਦੀ ਵਿਜ਼ਿਟ ਦਾ ਸਿਕਿਉਰਿਟੀ ਲੈਪਸ ਹੋਇਆ, ਜਿਹੜੀ ਸੁਰੱਖਿਆ ਦੀ ਕੁਤਾਹੀ ਕਰਕੇ ਆਲੋਚਨਾ ਹਰ ਕੋਈ ਕਰ ਰਿਹਾ, ਇਹਦੇ ਪਿੱਛੇ ਮੁੱਖ ਕਾਰਨ ਕੀ ਹੋ ਸਕਦੇ ਨੇ? ਨਹੀਂ, ਦੇਖੋ ਗੱਲ ਇਹ, ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਬਹੁਤ ਵੱਡਾ ਇਸ਼ੂ ਹੈ। ਪ੍ਰਾਈਮ ਮਿਨਿਸਟਰ ਕਿਸੇ ਪਾਰਟੀ ਦਾ ਵੀ ਹੋਵੇ, ਦੇਸ਼ ਦਾ ਪ੍ਰਾਈਮ ਮਿਨਿਸਟਰ ਹੁੰਦਾ। ਇਸ ਕਰਕੇ ਜਦੋਂ ਵੀ ਪ੍ਰਾਈਮ ਮਿਨਿਸਟਰ ਕਿਸੇ ਸਟੇਟ 'ਚ ਜਾਂਦਾ, ਉੱਥੇ ਦੀ ਸਟੇਟ ਦੀ ਡਿਊਟੀ ਹੁੰਦੀ ਹੈ, ਉਹਦੇ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਨਾ। ਇਸ ਲਈ ਜੋ ਕੁਝ ਉੱਥੇ ਹੋਇਆ ਉਹ ਮੰਦਭਾਗਾ ਹੋਇਆ। ਉਹਦੇ ਵਾਸਤੇ DGP ਦੀ ਵੀ ਜ਼ਿੰਮੇਵਾਰੀ ਬਣਦੀ ਹੈ, ਉਸ ਵੇਲੇ ਦੀ ਗ੍ਰਹਿ ਮੰਤਰੀ ਦੀ ਵੀ ਬਣਦੀ ਹੈ, ਮੁੱਖ ਮੰਤਰੀ ਦੀ ਬਣਦੀ ਹੈ। ਉਹ ਕਹਿੰਦੇ ਹੁਣ ਸੁਪਰੀਮ ਕੋਰਟ ਦੀ ਕਮੇਟੀ ਬਣੀ ਹੈ, ਉਹ ਇਨਕੁਆਇਰੀ ਕਰਨਗੇ, ਪਰ ਉਸ ਘਟਨਾ ਨੇ ਕਿਤੇ ਨਾ ਕਿਤੇ ਪੰਜਾਬ ਦਾ ਜਿਹੜਾ ਨਾਮ ਹੈ ਉਹ ਦੇਸ਼ ਦੇ ਵਿੱਚ ਵੀ ਦੁਨੀਆ ਦੇ ਵਿੱਚ ਵੀ ਬਦਨਾਮ ਕੀਤਾ। ਇਹ ਨਹੀਂ ਹੋਣਾ ਚਾਹੀਦਾ ਸੀ। ਸਿਕਿਉਰਿਟੀ ਪ੍ਰੋਵਾਈਡ ਕਰਨਾ ਸਟੇਟ ਦੀ ਜ਼ਿੰਮੇਵਾਰੀ ਹੈ। ਇਹਨਾਂ ਗੱਲਾਂ ਦੇ ਵਿੱਚ ਕਿਸੇ ਵੀ ਮੁੱਖ ਮੰਤਰੀ ਨੂੰ, ਕਿਸੇ ਵੀ ਸਰਕਾਰ ਨੂੰ ਨਹੀਂ ਪੈਣਾ ਚਾਹੀਦਾ। ਸਰ, ਤੁਸੀਂ ਆਪ MBBS ਹੋ, ਹੈਲਥ ਸੈਕਟਰ ਫੈਸਿਲਿਟੀਜ਼ ਦੀ ਗੱਲ ਕਰੀਏ, ਇਸ ਖੇਤਰ ਦੇ ਵਿੱਚ ਪੰਜਾਬ ਕਿਤੇ ਖੜਦਾ ਹੈ ਅੱਜ ਦੀ ਤਰੀਕ 'ਚ? ਦੇਖੋ, ਅੱਜ ਦੀ ਡੇਟ 'ਚ ਤਾਂ ਕੋਈ ਬਹੁਤਾ ਵਧੀਆ ਨਹੀਂ ਹੈ। ਜਿਹੜੀ ਹੈਲਥ ਦੇ ਵਿੱਚ ਹਾਲੇ ਬਹੁਤ ਸਾਨੂੰ ਲੰਬਾ ਸਫ਼ਰ ਤੈਅ ਕਰਨ ਦੀ ਲੋੜ ਹੈ, ਕਿਉਂਕਿ ਪਿੱਛੇ ਕੋਵਿਡ ਦੀ ਇੱਕ ਚੁਣੌਤੀ ਆਈ ਸੀ। ਭਾਵੇਂ ਪੰਜਾਬ ਹੈ, ਭਾਵੇਂ ਸਾਡਾ ਦੇਸ਼ ਹੈ, ਉਹਦੇ ਵਿੱਚ ਸਾਨੂੰ ਆਪਣੀਆਂ ਜਿਹੜੀਆਂ ਕਮਜ਼ੋਰੀਆਂ ਉਹ ਸਾਰਿਆਂ ਦੇ ਸਾਹਮਣੇ ਸੀ ਕਿ ਕੋਈ ਵੀ ਸਟੇਟ ਉਹਦਾ ਮੁਕਾਬਲਾ ਨਹੀਂ ਕਰ ਪਾਈ। ਲੇਕਿਨ ਹਾਲੇ ਕਿ ਚਲੋ ਐਕਸਟਰਾ ਆਰਡੀਨਰੀ ਸਥਿਤੀ ਸੀ, ਲੇਕਿਨ ਜਿਸ ਤਰ੍ਹਾਂ ਦੇ ਲੈਸਨ ਉਹਦੇ ਵਿੱਚੋਂ ਲਰਨ ਕਰਨੇ ਚਾਹੀਦੇ ਸੀ, ਉਹ ਵੀ ਸਾਡੀ ਗਵਰਨਮੈਂਟਾਂ ਨੇ ਜਿਹੜੇ ਉਹਦੇ ਵਿੱਚੋਂ ਨਹੀਂ ਲਰਨੇ। ਇਸ ਕਰਕੇ ਹੈਲਥ ਦੇ ਵਿੱਚ ਜਿੰਨੀ ਦੇਰ ਤੱਕ ਤੁਸੀਂ ਪ੍ਰਾਇਮਰੀ ਹੈਲਥ ਕੇਅਰ ਦਾ ਜਿਹੜਾ ਸਿਸਟਮ ਹੈ ਉਹਨੂੰ ਇੰਪਰੂਵ ਨਹੀਂ ਕਰਦੇ, ਡਾਕਟਰਾਂ ਦੀ ਗਿਣਤੀ ਨਹੀਂ ਵਧਾਉਂਦੇ, ਸਟਾਫ ਦੀ ਪ੍ਰੋਪਰ ਟ੍ਰੇਨਿੰਗ ਦੇ ਉੱਤੇ ਧਿਆਨ ਨਹੀਂ ਦਿੰਦੇ, ਉਨੀ ਦੇਰ ਤੱਕ ਚੰਗੇ ਰਿਜ਼ਲਟ ਜਿਹੜੇ ਆ ਐਕਸਪੈਕਟ ਕਰਨਾ ਹੈਲਥ ਦੇ ਵਿੱਚ ਬਹੁਤ ਮੁਸ਼ਕਲ ਹੈ। ਇਸ ਕਰਕੇ ਬੜੀ ਕੰਸਿਸਟੈਂਟ ਐਫਰਟ ਦੀ ਲੋੜ ਹੈ, ਬਹੁਤ ਲਗਾਤਾਰ ਮਿਹਨਤ ਕਰਨੀ ਪਏਗੀ। ਸਾਨੂੰ ਡਾਕਟਰਾਂ ਦੀ ਗਿਣਤੀ ਵਧਾਉਣੀ ਪਏਗੀ, ਮੈਡੀਕਲ ਕਾਲਜਸ ਦੀ ਗਿਣਤੀ ਵੀ ਵਧਾਉਣੀ ਪਏਗੀ, ਔਰ ਪ੍ਰੋਪਰ ਉਹਨਾਂ ਦੀ ਟ੍ਰੇਨਿੰਗ ਦੇ ਉੱਤੇ ਵੀ ਕੰਸਨਟਰੇਟ ਕਰਨਾ ਚਾਹੀਦਾ ਕਿ ਅਸੀਂ ਅੱਛੇ ਡਾਕਟਰ ਪੈਦਾ ਕਰੀਏ। ਔਰ ਜਿਹੜਾ ਸਾਡਾ ਪ੍ਰਾਇਮਰੀ ਹੈਲਥ ਕੇਅਰ ਸੈਕਟਰ ਹੈ ਉਹਦੇ 'ਤੇ ਵੱਧ ਤੋਂ ਵੱਧ ਫੋਕਸ ਕਰਕੇ ਪਿੰਡ ਪੱਧਰ ਦੇ ਉੱਤੇ, ਕਿਉਂਕਿ ਮੈਕਸਿਮਮ 50 ਪਿੰਡਾਂ ਦੇ ਵਿੱਚ ਹੈ, ਉੱਥੇ ਕਿਸੇ ਨੂੰ ਪਿੰਡਾਂ ਦੇ ਵਿੱਚ ਕੋਈ ਸਹੂਲਤਾਂ ਨਹੀਂ ਮਿਲਦੀਆਂ। ਹਰ ਕੰਮ ਵਾਸਤੇ ਉਹਨਾਂ ਨੂੰ ਡਿਸਟ੍ਰਿਕਟ ਹਸਪੀਟਲ ਤੱਕ ਪਹੁੰਚਣਾ ਪੈਂਦਾ, ਉਸ ਤੋਂ ਥੱਲੇ ਕੋਈ ਸਹੂਲਤ ਹੀ ਨਹੀਂ ਕਿਸੇ ਤਰ੍ਹਾਂ ਮਿਲਦੀ। ਉਹ ਸਾਰੇ ਸੈਂਟਰ ਜਿਹੜੇ ਆ ਉਹਨਾਂ 'ਤੇ ਮਿਹਨਤ ਕਰਕੇ ਡਿਵੈਲਪ ਕਰਨ ਦੀ ਲੋੜ ਹੈ, ਘਰ ਦੇ ਲਾਗੇ ਹੈਲਥ ਸਰਵਿਸ ਜਿਹੜੀਆਂ ਲੋਕਾਂ ਨੂੰ ਮਿਲਣ। ਸਰ, 11ਵੀਂ ਤੇ 12ਵੀਂ ਦੀ ਜਮਾਤ ਦੀ ਇਤਿਹਾਸ ਦੀ ਕਿਤਾਬਾਂ ਦੇ ਵਿੱਚ ਪੰਜਾਬ ਦੀ ਵਿਰਾਸਤ, ਪੰਜਾਬ ਦੇ ਗੁਰੂਆਂ ਦੇ ਇਤਿਹਾਸ ਨਾਲ ਛੇੜਛਾੜ ਕੀਤੀ ਗਈ, ਕਿਤਾਬਾਂ ਵਿਡਰਾਅ ਕੀਤੀਆਂ ਗਈਆਂ, ਤੁਸੀਂ ਕਾਫੀ ਐਕਟਿਵਲੀ ਸਟੈਂਡ ਲਿੱਤਾ ਤੇ ਨਵਾਂ ਸਿਲੇਬਸ ਇੰਟਰੋਡਿਊਸ ਕੀਤਾ ਹੋਇਆ। ਜੋ ਅੱਜ ਦੀ
ਮੌਜੂਦਾ ਸਥਿਤੀ ਹੈ, ਜੋ ਸਿਲੇਬਸ ਹੈ ਉਹ ਮੋਡੀਫਾਈ ਹੋਇਆ ਜਾਂ ਉਹਦੇ 'ਚ ਵੀ ਕੁਝ ਕਿੰਤੂ ਪਰੰਤੂ ਆ? ਨਹੀਂ, ਉਸ ਵੇਲੇ ਬਹੁਤ ਘਟੀਆ ਕੰਮ ਜਿਹੜੀ ਹੈ ਕਾਂਗਰਸ ਦੀ ਸਰਕਾਰ ਨੇ ਕੀਤਾ ਸੀ ਕਿ ਜਿਹੜੇ ਸਿਲੇਬਸ ਦੀਆਂ ਕਿਤਾਬਾਂ ਨਵੀਆਂ ਬਣਾਉਣ ਦੇ ਨਾਂ ਦੇ ਉੱਤੇ ਸਾਰੀ ਸਾਡੀ ਜਿਹੜੀ ਸਿੱਖ ਹਿਸਟਰੀ ਸੀ ਉਹ ਡਿਸਟੋਰਟ ਕਰਕੇ ਰੱਖ ਦਿੱਤੀ ਜੀ। ਇਸ ਕਰਕੇ ਉਹ ਪਹਿਲਾਂ ਮੈਂ ਹੀ ਇਸ਼ੂ ਚੁੱਕਿਆ ਸੀ। ਪਹਿਲਾਂ ਤਾਂ ਗਵਰਨਮੈਂਟ ਜਿਹੜੀ ਹੈ ਸੁਣਨ ਨੂੰ ਤਿਆਰ ਨਹੀਂ ਸੀ, ਲੇਕਿਨ ਬੜੀ ਲਗਾਤਾਰ ਸਾਨੂੰ ਪੂਰੇ 'ਤੇ ਪ੍ਰੋਟੈਸਟ ਕਰਨਾ ਪਿਆ ਤੇ ਫਿਰ ਜਾ ਕੇ ਸਰਕਾਰ ਜਾਗੀ ਤੇ ਉਹ ਸਾਰੀਆਂ ਕਿਤਾਬਾਂ ਜਿਹੜੀਆਂ ਉਹ ਵਾਪਸ ਹੋਈਆਂ ਤੇ ਪੁਰਾਣਾ ਜਿਹੜਾ ਸਿਲੇਬਸ ਹੈ ਫਿਰ ਸ਼ੁਰੂ ਕੀਤਾ ਗਿਆ। ਇਹ ਬਹੁਤ ਸੈਂਸਿਟਿਵ ਚੀਜ਼ਾਂ ਹੁੰਦੀਆਂ। ਇਹ ਬੜੀ ਹੈਰਾਨੀ ਹੁੰਦੀ ਹੈ ਕਿ ਜਦੋਂ ਜਿਹੜੀ ਹੈ ਐਡੀ ਵੱਡੀ ਅਣਗਹਿਲੀ ਹੁੰਦੀ ਹੈ, ਹਿਸਟਰੀ ਨੂੰ ਪੜ੍ਹਾਉਣਾ, ਕਲਚਰ ਨੂੰ ਪੜ੍ਹਾਉਣਾ ਕਿਸੇ ਸਟੇਟ ਦੇ ਨੂੰ, ਇਹਦੇ 'ਚ ਕਦੀ ਵੀ ਕੋਈ ਇਹੋ ਜਿਹੀ ਅਣਗਹਿਲੀ ਨਹੀਂ ਹੋਣੀ ਚਾਹੀਦੀ। ਇਹ ਚੀਜ਼ਾਂ ਬੜੀਆਂ ਸੈਂਸਿਟਿਵ ਹੁੰਦੀਆਂ, ਬਹੁਤ ਵੱਡਾ ਨੁਕਸਾਨ ਹੁੰਦਾ। ਮੈਂ ਜਦੋਂ ਪਹਿਲਾਂ ਇਹ ਚੀਜ਼ਾਂ ਮੇਰੇ ਧਿਆਨ ਦੇ ਵਿੱਚ ਆਈਆਂ ਸੀ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖ ਕੇ ਉਹਨਾਂ ਦੇ ਧਿਆਨ 'ਚ ਲੈਂਦੀ ਸੀ ਵੀ ਆਹ ਕੁਛ ਹੋ ਰਿਹਾ, ਨੂੰ ਰੋਕੋ। ਪਰ ਜੇ ਉਦੋਂ ਐਕਸ਼ਨ ਲੈਣੀ ਦੇ ਤਾਂ ਸ਼ਾਇਦ ਚੰਗਾ ਰਹਿੰਦਾ, ਪਰ ਉਹਨਾਂ ਨੇ ਇੱਕ ਪ੍ਰੈਸਟੀਜ ਇਸ਼ੂ ਬਣਾ ਲਿਆ ਕਿ ਨਹੀਂ, ਅਸੀਂ ਆਪੋਜੀਸ਼ਨ ਦੀ ਗੱਲ ਨਹੀਂ ਸੁਣਨੀ ਤੇ ਹੌਲੀ ਹੌਲੀ ਉਹ ਇੰਨੀਆਂ ਵੱਡੀਆਂ ਗਲਤੀਆਂ ਸੀ ਕਿ ਉਹ ਬਲੰਡਰ ਆਪਣੇ ਛੁਪਾ ਨਾ ਸਕੇ। ਜਦੋਂ ਅਖਬਾਰਾਂ ਦੇ ਵਿੱਚ ਛਪਣੇ ਸ਼ੁਰੂ ਹੋਏ, ਜਦੋਂ ਅਸੀਂ ਆਵਾਜ਼ ਉਠਾਈ ਫਿਰ ਆ ਕੇ, ਲੇਕਿਨ ਬਹੁਤ ਵੱਡਾ ਖਿਲਵਾੜ ਸੀ ਹਿਸਟਰੀ ਨਾਲ। ਇਹ ਹੈ ਕਿ ਪੰਜਾਬ ਦੀ ਜਨਤਾ ਦੇ ਸਹਿਯੋਗ ਦੇ ਨਾਲ ਉਹ ਟਲ ਗਿਆ, ਇਸ ਕਰਕੇ ਬੜੀ ਚੰਗੀ ਗੱਲ। ਸਰ, ਪੰਜਾਬ ਦੀ ਸਿਆਸਤ ਦੇ ਵਿੱਚ ਆਏ ਦਿਨ ਨਵੇਂ ਫੇਰ ਬਦਲ ਦੇਖਣ ਨੂੰ ਮਿਲਦੇ ਆ। ਹਰ ਕੋਈ ਇੱਕ ਦੂਜੇ ਦੀ ਪਾਰਟੀ ਤੇ ਲਾਂਛਨ ਲਾ ਰਿਹਾ। ਜਿਹੜੇ ਪੰਜਾਬ ਦੇ ਹਕੀਕੀ ਮੁੱਦੇ ਨੇ ਉਹਨਾਂ ਨੂੰ ਸਾਈਡ ਅਪਾਰਟ ਕਰਕੇ ਕੰਪੇਨਿੰਗ ਦੇ ਵਿੱਚ ਬਲੇਮ ਗੇਮਸ ਬਹੁਤ ਮੁੱਖ ਹਿੱਸਾ ਨਿਭਾ ਰਿਹਾ। ਸੋ ਤੁਸੀਂ ਇਸ ਚਲਨ 'ਚ ਕਿੰਨਾ ਕੁ ਵਿਸ਼ਵਾਸ ਰੱਖਦੇ ਹੋ? ਇਹ ਦੇਖੋ, ਗੱਲ ਇਹ ਆ, ਚਾਹੀਦਾ ਤਾਂ ਇਹ ਹੈ ਕਿ ਇਲੈਕਸ਼ਨ ਦੇ ਵਿੱਚ ਪਾਰਟੀਆਂ ਨੂੰ ਆਪਣੀ ਵਿਜ਼ਨ ਜਿਹੜੀ ਹੈ ਲੋਕਾਂ ਦੇ ਵਿੱਚ ਲੈ ਕੇ ਜਾਣੀ ਚਾਹੀਦੀ। ਜਿਹੜੀ ਰੂਲਿੰਗ ਪਾਰਟੀ ਆ ਉਹਨੂੰ ਆਪਣੀਆਂ ਪ੍ਰਾਪਤੀਆਂ ਪਹਿਲਾਂ ਲੋਕਾਂ ਦੇ ਵਿੱਚ ਰੱਖਣੀਆਂ ਚਾਹੀਦੀਆਂ ਕਿ ਇਹ ਸਾਡਾ ਮੈਨੀਫੈਸਟੋ ਸੀ, ਅਸੀਂ ਇੰਨਾ ਇੰਪਲੀਮੈਂਟ ਕਰ ਸਕੇ ਹਾਂ। ਜਿਹੜੀਆਂ ਕੋਈ ਚੰਗੇ ਕੰਮ ਕੀਤੇ ਆ ਲੋਕਾਂ ਦੇ ਅੱਗੇ ਰੱਖਣੇ ਚਾਹੀਦੇ ਆ। ਜਿਹੜੇ ਨਹੀਂ ਕਰ ਸਕੇ ਉਹਦੀ ਜਸਟੀਫਿਕੇਸ਼ਨ ਲੋਕਾਂ ਨੂੰ ਦੇਣੀ ਚਾਹੀਦੀ ਵੀ ਕੀ ਕਾਰਨ ਸੀ ਅਸੀਂ ਨਹੀਂ ਕਰ ਸਕੇ। ਪਰ ਹੁਣ ਰਿਵਾਜ ਇਹ ਪੈ ਗਿਆ ਕਿ ਮੈਨੀਫੈਸਟੋ ਬਣਾਉਣ ਲੱਗਿਆ ਤੇ ਕੋਈ ਸੋਚਦਾ ਨਹੀਂ। ਉਦੋਂ ਤਾਂ ਹੁੰਦਾ ਹੈ ਕਿ ਸਾਰਿਆਂ ਨੂੰ ਖੁਸ਼ ਕਰ ਦਿਓ ਤੇ ਜਦੋਂ ਸਰਕਾਰ 'ਚ ਆ ਜਾਂਦੇ ਆ ਤੇ ਫਿਰ ਕਹਿੰਦੇ ਖਜ਼ਾਨਾ ਖਾਲੀ। ਜਿਹੜੇ ਸਹੁੰ ਚੁੱਕ ਚੁੱਕ ਕੇ ਮੈਨੀਫੈਸਟੋ ਜਾਰੀ ਹੋਏ ਸੀ, ਜਿਹੜੇ 3 ਵੱਡੇ ਮੁੱਦੇ ਸੀ, ਅੱਜ ਉਹ 3 ਦੇ 3 ਉੱਥੇ ਖੜੇ। ਭਾਵੇਂ ਕਿਸਾਨਾਂ ਦੀ ਕਰਜ਼ਾ ਮਾਫੀ ਦਾ ਸੀ, ਚਾਹੇ ਘਰ ਘਰ ਨੌਕਰੀਆਂ ਦਾ ਸੀ, ਚਾਹੇ 4 ਹਫ਼ਤਿਆਂ 'ਚ ਨਸ਼ੇ ਖਤਮ ਕਰਨਾ ਸੀ। ਹੁਣ ਜਿਹੜੇ 3 ਤੁਸੀਂ ਮੇਨ ਮੁੱਦੇ ਜਿਹੜੇ ਤੁਸੀਂ ਗੁਟਕਾ ਸਾਹਿਬ ਫੜ ਕੇ ਸਹੁੰ ਵੀ ਖਾ ਲਈ ਸੀ, ਜੇ ਉਹਨਾਂ ਦੇ ਵਿੱਚੋਂ ਹੀ ਤੁਸੀਂ ਕਿਸੇ ਨੂੰ ਪੂਰਾ ਨਹੀਂ ਕਰ ਸਕੇ ਤਾਂ ਬਾਕੀ ਮੈਨੀਫੈਸਟੋ ਤੁਹਾਡਾ ਤਾਂ ਫਿਰ ਆਪਣੇ ਆਪ ਹੀ ਪਤਾ ਲੱਗ ਜਾਂਦਾ ਕਿ ਕਿੰਨਾ ਕੁ ਇੰਪਲੀਮੈਂਟ ਹੋਇਆ। ਇਸ ਕਰਕੇ ਅਸੀਂ ਤਾਂ ਡਿਮਾਂਡ ਕਰ ਰਹੇ ਹਾਂ ਕਿ ਜਿਹੜਾ ਮੈਨੀਫੈਸਟੋ ਹੈ ਇਹਨੂੰ ਲੀਗਲ ਡਾਕੂਮੈਂਟ ਬਣਾ ਦੇਣਾ ਚਾਹੀਦਾ। ਇਲੈਕਸ਼ਨ ਕਮਿਸ਼ਨ ਨੂੰ ਵੀ ਅਸੀਂ ਕਿਹਾ, ਦੇਸ਼ ਦੀ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਇਹਨੂੰ ਲੀਗਲ ਡਾਕੂਮੈਂਟ ਬਣਾਓ, ਕਿਉਂਕਿ ਜਿਹੜੀ ਵੀ ਚੀਜ਼ ਕੋਈ ਪਾਰਟੀ ਅਨਾਉਂਸ ਕਰਦੀ ਹੈ ਨਾਲ ਉਹ ਜਸਟੀਫਿਕੇਸ਼ਨ ਵੀ ਦੇਵੇ ਕਿ ਅਸੀਂ ਕਿਵੇਂ ਕਰ ਸਕਦੇ। ਬਾਅਦ 'ਚ ਕਹਿੰਦੇ ਨਾ ਖਜ਼ਾਨਾ ਖਾਲੀ ਹੈ। ਖਜ਼ਾਨਾ ਤਾਂ ਸਾਰਿਆਂ ਨੂੰ ਅੱਜ ਵੀ ਪਤਾ ਕਿ ਪੰਜਾਬ ਸਰ ਕਿੰਨਾ ਕਰਜ਼ਾ, ਕਿੰਨਾ ਪੰਜਾਬ ਦਾ ਰੈਵਨਿਊ ਹੈ। ਸਾਰਾ ਬਜਟ ਹਰ ਸਾਲ ਛਪਦਾ। ਕੋਈ ਪਾਰਟੀ ਨਹੀਂ ਕਿ ਜਿਹਦੇ ਕੋਲੇ ਉਹ ਬਜਟ ਦੀਆਂ ਫਿਗਰਸ ਨਹੀਂ ਹੈ, ਪਰ ਉਹਦੇ ਬਾਵਜੂਦ ਤੁਸੀਂ ਜਾਣ ਬੁੱਝ ਕੇ ਇਲੈਕਸ਼ਨ ਜਿੱਤਣ ਵਾਸਤੇ ਗਰੀਬ ਲੋਕਾਂ ਦਾ ਮਜ਼ਾਕ ਬਣਾਉਂਦੇ ਹੋ, ਉਹਨਾਂ ਨੂੰ ਮਿਸਲੀਡ ਕਰਦੇ ਹੋ ਤੇ ਬਾਅਦ ਦੇ ਵਿੱਚ ਸਰਕਾਰ 'ਚ ਆ ਕੇ ਕਹਿ ਦਿੰਦੇ ਜੀ ਪਿਛਲੀ ਸਰਕਾਰ ਛੱਡ ਕੇ ਕੁਛ ਨਹੀਂ ਗਈ। ਜਦੋਂ ਕਿ ਖਜ਼ਾਨਾ ਇਸ ਤਰ੍ਹਾਂ ਦਾ ਹੁੰਦਾ ਨਹੀਂ ਤਾਂ ਹਰ ਸਾਲ ਹੀ ਬਣਦਾ ਬਜਟ ਤੇ ਹਰ ਸਾਲ ਹੀ ਐਕਸਪੈਂਡੀਚਰ ਹੁੰਦਾ। ਪਰ ਇਹ ਹੁਣ ਲੋਕਾਂ ਨੂੰ ਠੱਗਣ ਦਾ ਇੱਕ ਸੌਖਾ ਕੰਮ ਹੋ ਗਿਆ ਕਿ ਹਰ ਇੱਕ ਦੀ ਡਿਮਾਂਡ ਮੈਨੀਫੈਸਟੋ ਦੇ ਵਿੱਚ ਪਾ ਦਿਓ ਤੇ ਜਦੋਂ ਸਰਕਾਰ ਬਣ ਜੇ ਫਿਰ ਉਹਨੂੰ ਭੁੱਲ ਜਾਓ ਤੇ ਫਿਰ ਇੱਕੋ ਗੱਲ ਕਹਿ ਕੇ ਖਹਿੜਾ ਛਡਾਈ ਜਾਓ ਕਿ ਜਿਹੜਾ ਖਜ਼ਾਨਾ ਖਾਲੀ। ਇਹ ਲੀਗਲ ਡਾਕੂਮੈਂਟ ਬਣ ਜਾਵੇ। ਜਿਹੜੀ ਪਾਰਟੀ ਨਹੀਂ ਕਰਦੀ ਉਸ ਪਾਰਟੀ ਦੀ ਮਾਨਤਾ ਰੱਦ ਕਿ ਉਹ ਪਾਰਟੀ ਅੱਗੇ ਤੋਂ ਲੋਕਾਂ 'ਚ ਜਾ ਨਾ ਸਕੇ। ਇਸ ਕਰਕੇ ਜਿੰਨੀ ਦੇਰ ਤੱਕ ਮੇਰਾ ਖਿਆਲ ਉਹ ਨਹੀਂ ਹੁੰਦਾ, ਸਾਡੀ ਕੋਈ ਲਿਮਿਟ ਨਹੀਂ ਪਾਰਟੀਆਂ ਦੀ ਕਿ ਕਿਤੇ ਜਾ ਕੇ ਇਹ ਰੁਕਣ ਵਾਲੀ। ਸਰ, ਕਰਜ਼ਿਆਂ ਦੀ ਗੱਲ ਤੁਸੀਂ ਕੀਤੀ, ਹਾਲੇ ਹੀ ਕਿਸਾਨੀ ਕਾਲੇ ਕਾਨੂੰਨ ਰੱਦ ਹੋਏ ਨੇ, ਪਰ ਫਿਰ ਵੀ ਜਿਹੜੇ ਫਾਰਮਰ ਸੁਸਾਈਡ ਹੈ ਉਹ ਬਹੁਤ ਪ੍ਰੋਮੀਨੈਂਟ ਆ। ਜ਼ਮੀਨ ਉਪਜਾਊ ਨਹੀਂ ਹੈ ਜਾਂ ਜ਼ਹਿਰੀਲੀ ਪਦਾਰਥਾਂ ਦੀ ਵਰਤੋਂ ਹੋ ਰਹੀ ਹੈ, ਪਾਣੀ ਦਾ ਸਤਰ ਥੱਲੇ ਜਾ ਰਿਹਾ। ਆਰਗੈਨਿਕ ਫਾਰਮਿੰਗ ਦੀ ਗੱਲ ਕਰੀਏ ਤਾਂ ਐਜੂਕੇਸ਼ਨ ਨਹੀਂ ਹੈ। ਸੋ ਇਸ ਫੀਲਡ 'ਤੇ ਕਿੰਨੀ ਕੁ ਡਿਵੈਲਪਮੈਂਟ ਦੀ ਲੋੜ ਆ? ਦੇਖੋ, ਗੱਲ ਇਹ ਹੈ ਕਿ ਇਹ ਤਾਂ ਮੰਨਣਾ ਪਏਗਾ ਕਿ ਜਿਹੜਾ ਹੈ ਕਿਸਾਨੀ ਲਾਹੇਵੰਦ ਧੰਦਾ ਨਹੀਂ ਹੈ। ਜਿੰਨੀ ਦੇਰ ਤੱਕ ਤੁਸੀਂ ਉਹਨੂੰ ਫਸਲ ਦੀ ਪੂਰੀ ਲਾਗਤ ਦੇ ਉੱਤੇ ਪ੍ਰੋਪਰ ਪ੍ਰੋਫਿਟ ਨਹੀਂ ਦਿੰਦੇ, ਜਿਵੇਂ ਸਵਾਮੀਨਾਥਨ ਰਿਪੋਰਟ ਦੇ ਵਿੱਚ ਮੈਂਸ਼ਨਡ ਆ ਕਿ ਘੱਟੋ ਘੱਟ ਜੋ ਉਹਦੀ ਲਾਗਤ ਆਉਂਦੀ ਹੈ ਉਹਦੇ 'ਤੇ 50% ਪ੍ਰੋਫਿਟ ਉਹਨੂੰ ਮਿਲੇ ਤੇ ਫਿਰ ਜਾ ਕੇ ਜਿਹੜਾ ਉਹਦਾ ਘਰ ਜਿਹੜਾ ਪੂਰਾ ਹੁੰਦਾ। ਕਿਉਂਕਿ ਜਿਹੜੀ ਫਸਲਾਂ ਦੀ ਲਾਗਤ ਤੈਅ ਹੁੰਦੀ ਹੈ
ਉਹਦੇ ਮਾਪਦੰਡ ਇਦਾਂ ਦੇ ਬਣੇ ਹੋਏ ਆ ਕਿ ਉਹਦੇ ਨਾਲ ਕਿਸਾਨ ਦੇ ਨਾਲ ਪ੍ਰੋਪਰ ਜਸਟਿਸ ਜਿਹੜਾ ਨਹੀਂ ਹੁੰਦਾ। ਇਸ ਲਈ ਜਿੰਨੀ ਦੇਰ ਤੱਕ, ਕਿਉਂਕਿ ਸਟੇਟ ਗਵਰਨਮੈਂਟ ਦੇ ਵਿੱਚ ਹੱਥ ਵਸ ਵੀ ਬਹੁਤਾ ਕੁਝ ਹੁੰਦਾ ਨਹੀਂ, ਕਿਉਂਕਿ ਜਿਹੜੀ ਇਨਪੁਟ ਕਾਸਟ ਹੈ ਉਹ ਵੀ ਡੀਜ਼ਲ ਵੀ ਉਹਨਾਂ ਕੋਲੇ ਆ, ਫਰਟੀਲਾਈਜ਼ਰ ਵੀ ਉਹਨਾਂ ਕੋਲੇ ਆ, ਇਹ ਸਾਰੀਆਂ ਚੀਜ਼ਾਂ ਵੀ ਸਟੇਟ ਗਵਰਨਮੈਂਟ ਨਹੀਂ ਕੰਟਰੋਲ ਕਰ ਸਕਦੀ। ਜਿਹੜੀ MSP ਤੈਅ ਕਰਨੀ ਹੁੰਦੀ ਉਹ ਵੀ ਗਵਰਨਮੈਂਟ ਆਫ ਇੰਡੀਆ ਤੈਅ ਕਰਦੀ ਹੈ। ਅਖੀਰ ਦੇ ਉੱਤੇ ਆ ਕੇ ਸਟੇਟਾਂ ਵਿੱਚ ਪਾ ਜਾਂਦੀ। ਇਸ ਲਈ ਜਿੰਨੀ ਦੇਰ ਤੱਕ ਅਸੀਂ ਖੇਤੀ ਨੂੰ ਲਾਹੇਵੰਦ ਧੰਦਾ ਨਹੀਂ ਬਣਾਉਂਦੇ, ਉਹ ਉਨੀ ਦੇਰ ਤੱਕ ਨਹੀਂ ਬਣੇਗਾ ਜਿੰਨੀ ਦੇਰ ਤੱਕ ਜਾਂ ਤਾਂ ਇਨਪੁਟ ਦੀਆਂ ਕਾਸਟਾਂ ਘਟਾਓ ਜਾਂ ਫਿਰ ਉਹਨੂੰ ਪ੍ਰੋਪਰ ਲਾਗਤ ਦੇ ਨਾਲ ਸਵਾਮੀਨਾਥਨ ਦੀ ਰਿਪੋਰਟ ਦੇ ਮੁਤਾਬਕ ਉਹਨੂੰ ਉਹਦੀ MSP ਫਿਕਸ ਕਰੋ। ਇਸ ਤੋਂ ਬਗੈਰ ਕੋਈ ਤੀਜਾ ਤਰੀਕਾ ਹੀ ਨਹੀਂ ਹੈ ਕਿ ਤੁਸੀਂ ਖੇਤੀ ਨੂੰ ਅਟਰੈਕਟਿਵ ਜਿਹੜਾ ਉਹ ਬਣਾ ਸਕੋ। ਸਰ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਆਏ ਦਿਨ ਸਾਹਮਣੇ ਆ ਰਹੇ ਨੇ, ਸੋ ਇਸ ਮਾੜੀ ਸੋਚ ਪਿੱਛੇ ਕੀ ਵਿਜ਼ਨ, ਕੀ ਮੋਟਿਵ ਹੋ ਸਕਦਾ? ਦੇਖੋ, ਅਸੀਂ ਸ਼ੁਰੂ ਤੋਂ ਲੈ ਕੇ ਇਸ ਗੱਲ ਨੂੰ ਹਮੇਸ਼ਾ ਕਿਹਾ ਹੈ ਕਿ ਇਹਨਾਂ ਮੁੱਦਿਆਂ ਦੇ ਉੱਤੇ ਕਿਸੇ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ। ਬਹੁਤ ਗੰਭੀਰ ਮੁੱਦੇ ਆ, ਬੜਾ ਵੱਡਾ ਘਿਨਾਉਣਾ ਪਾਪ ਹੈ, ਔਰ ਇਹ ਭਾਵਨਾਵਾਂ ਭਟਕਾਉਣ ਵਾਸਤੇ ਜਿਹੜੀਆਂ ਇਹ ਦੇਸ਼ ਵਿਰੋਧੀ ਤਾਕਤਾਂ ਜਿਹੜੀਆਂ ਉਹ ਕਰਦੀਆਂ। ਪਰ ਕਾਂਗਰਸ ਪਾਰਟੀ ਨੇ, ਆਮ ਆਦਮੀ ਪਾਰਟੀ ਨੇ 2015 ਦੇ ਵਿੱਚ ਜੋ ਰਾਜਨੀਤੀ ਕੀਤੀ, ਅਸੀਂ ਉਦੋਂ ਵੀ ਇਹਨਾਂ ਨੂੰ ਕਿਹਾ ਸੀ ਕਿ ਇਹ ਤਰੀਕਾ ਨਹੀਂ ਹੈ, ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਤੇ ਇਹ ਆਪਣਾ ਦੁਸ਼ਮਣ ਜਿਹੜਾ ਉਹਨੂੰ ਲੱਭਣ 'ਤੇ ਜ਼ੋਰ ਲਾਉਣਾ ਚਾਹੀਦਾ। ਹੁਣ ਦੇਖੋ, ਪਹਿਲਾਂ ਛੋਟੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਹੁੰਦੀਆਂ ਸੀ, ਹੁਣ ਪਿੱਛੇ ਤਖਤ ਕੇਸਗੜ੍ਹ ਸਾਹਿਬ 'ਤੇ ਹੋਈ, ਉਸ ਤੋਂ ਬਾਅਦ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਹੋਈ, ਔਰ ਉਸ ਤੋਂ ਬਾਅਦ ਜਿੱਥੇ ਕਦੀ ਕੋਈ ਸੋਚ ਨਹੀਂ ਸਕਦਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਐਡੀ ਵੱਡੀ ਕੋਸ਼ਿਸ਼ ਹੋ ਗਈ, ਔਰ ਹਾਲੇ ਤੱਕ ਉਸ ਬੰਦੇ ਦੀ ਹੁਣ ਆਇਡੈਂਟੀਟੀ ਵੀ ਨਹੀਂ ਐਸਟੈਬਲਿਸ਼ ਹੋਈ ਪਈ ਕੌਣ ਸੀ। ਹੁਣ ਜਿਹੜੇ ਲੋਕੀ ਉਦੋਂ ਇੰਨੀ ਰਾਜਨੀਤੀ ਕਰਦੇ ਸੀ, ਅੱਜ ਜੋ ਗ੍ਰਹਿ ਮੰਤਰੀ ਬਣੇ ਬੈਠੇ ਆ, ਮੁੱਖ ਮੰਤਰੀ ਬਣੇ ਬੈਠੇ ਆ, ਅੱਜ ਹੁਣ ਉਹਨਾਂ ਕੋਲ ਇਸ ਗੱਲ ਦਾ ਵੀ ਜਵਾਬ ਨਹੀਂ ਹੈ ਕਿ ਉਸ ਬੰਦੇ ਦੀ ਆਇਡੈਂਟੀਟੀ ਹਾਲੇ ਤੱਕ ਐਸਟੈਬਲਿਸ਼ ਕਿਉਂ ਨਹੀਂ ਹੋ ਸਕੀ। ਇਸ ਕਰਕੇ ਇਹ ਜਿਹੜੇ ਕੰਮ ਤੁਰੇ ਸੀ, ਅਸੀਂ ਤਾਂ ਸ਼ੁਰੂ ਤੋਂ ਇਹਨਾਂ ਨੂੰ ਕਹਿੰਦੇ ਸੀ ਵੀ ਇਸ ਪਾਸੇ ਨਹੀਂ ਪੈਣਾ ਚਾਹੀਦਾ, ਇਹਨਾਂ ਨੂੰ ਚੀਜ਼ਾਂ ਨੂੰ ਗੰਭੀਰਤਾ ਨਾਲ ਲਓ, ਇਹਨਾਂ ਦੇ ਉੱਤੇ ਗੰਦੀ ਰਾਜਨੀਤੀ ਨਾ ਕਰੋ। ਲੇਕਿਨ ਇਹ ਨਹੀਂ ਸੀ ਹਟਦੇ, ਤਾਂ ਹੁਣ ਇਹ ਅੱਜ ਇਹਨਾਂ ਕੋਲੇ ਸੰਗਤ ਨੂੰ ਜਿਹੜਾ ਜਵਾਬ ਦੇਣ ਵਾਸਤੇ ਇਹਨਾਂ ਕੋਲੇ ਕੋਈ ਜਵਾਬ ਨਹੀਂ। ਸਰ, ਅਖੀਰਲਾ ਸਵਾਲ, ਕਈ ਲੋਕਾਂ ਦਾ ਇਹ ਮੰਨਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਉਹ ਇੱਕ ਪਰਿਵਾਰ ਦੇ ਅਧੀਨ ਆ। ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਜੀ ਦੀ ਚੱਲਦੀ ਸੀ ਤਾਂ ਹੁਣ ਸੁਖਬੀਰ ਸਿੰਘ ਬਾਦਲ ਜੀ ਦੀ ਚੱਲਦੀ ਹੈ। ਸਰ, ਇਹਦੇ 'ਚ ਕਿੰਨੇ ਕੁ ਸੱਚਾਈ ਆ? ਦੇਖੋ, ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ 1920 'ਚ ਬਣਿਆ ਸੀ ਤੇ ਹੁਣ ਤੱਕ ਇਹਦੇ 20 ਪ੍ਰਧਾਨ ਹੋ ਗਏ। ਬਾਦਲ ਸਾਹਿਬ ਤੋਂ ਬਾਅਦ ਹੀ ਇਕੱਲੇ ਸਰਦਾਰ ਸੁਖਬੀਰ ਸਿੰਘ ਬਾਦਲ ਬਣੇ ਆ, ਉਹਨਾਂ ਤੋਂ ਪਹਿਲਾਂ ਇੱਕ ਵੀ ਕਿਤੇ ਫੈਮਿਲੀ ਦਾ ਨਹੀਂ। ਇਸ ਕਰਕੇ 101 ਸਾਲ ਪੁਰਾਣੀ ਪਾਰਟੀ ਹੈ ਤੇ ਸਵਾਏ ਇੱਕ ਵਾਰ ਦੇ ਕਿਤੇ ਵੀ ਕੋਈ ਉਦਾਹਰਣ ਨਹੀਂ ਹੈ ਕੋਈ ਵੀ ਪ੍ਰਧਾਨ ਬਣਦਾ ਰਿਹਾ। ਇਸ ਕਰਕੇ ਹੁਣ ਵੀ ਜੇ ਕਿਤੇ ਕੋਈ ਕੰਪੀਟੈਂਟ ਬੰਦਾ ਹੁੰਦਾ ਕਿਸੇ ਟਾਈਮ ਦੇ ਉੱਤੇ, ਮਿਹਨਤ ਕਰਕੇ ਬਣ ਜਾਂਦਾ, ਤੇ ਉਹਨੂੰ ਪਰਿਵਾਰ ਨਾਲ ਨਹੀਂ ਜੋੜਨਾ ਚਾਹੀਦਾ। ਜੇ ਪਰਿਵਾਰ ਕਰਕੇ ਹੁੰਦੇ, ਹੁਣ ਤਾਂ ਉਹਨਾਂ ਨੂੰ ਪ੍ਰਧਾਨ ਬਣਿਆ ਨੂੰ 13 ਸਾਲ ਹੋ ਗਏ, 14ਵਾਂ ਸਾਲ ਲੱਗ ਗਿਆ, ਤੇ 14 ਸਾਲਾਂ ਬਾਅਦ ਕੋਈ ਚੁਣੌਤੀ ਸਾਹਮਣੇ ਨਹੀਂ। ਅੱਜ ਵੀ ਅਨਡਿਸਪਿਊਟਡ ਉਹ ਚੀਫ ਮਿਨਿਸਟਰ ਦੇ ਕੈਂਡੀਡੇਟ ਹੈ। ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਪਾਰਟੀ ਹੈ ਜਿਹਦਾ ਲੀਡਰ ਅੱਜ ਅਨਡਿਸਪਿਊਟਡ ਹੈ, ਜਿਹਦਾ ਟਿਕਟਾਂ ਦਾ ਕੋਈ ਰੌਲਾ ਨਹੀਂ, ਸਾਰੀਆਂ ਟਿਕਟਾਂ ਆਲਮੋਸਟ ਅਨਾਊਂਸ ਹੋ ਗਈਆਂ, ਕਿਤੇ ਕੋਈ ਬਗਾਵਤ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਪਾਰਟੀ ਹੈ ਜਿਹਦਾ ਚੀਫ ਮਿਨਿਸਟਰ ਕੈਂਡੀਡੇਟ ਦੂਜਾ ਅਨਾਊਂਸਡ ਹੈ, ਦੂਜੇ ਕਿਸੇ ਵੱਲੋਂ ਕੋਈ ਸਵਾਲ ਨਹੀਂ ਹੈ। ਤੇ ਬਾਕੀਆਂ ਦਾ ਦੇਖੋ ਕੀ ਹਾਲ ਹੋਇਆ ਪਿਆ, ਕਾਂਗਰਸ ਦਾ ਦੇਖ ਲਓ ਤੇ ਆਮ ਆਦਮੀ ਪਾਰਟੀ ਦਾ ਦੇਖ ਲਓ ਤੇ ਬਾਕੀਆਂ ਦਾ ਦੇਖ ਲਓ। ਇਸ ਕਰਕੇ ਜੇ ਪਰਿਵਾਰ ਕਰਕੇ ਹੁੰਦੀ ਤਾਂ ਇੱਥੇ ਵੀ ਕਈ ਗੱਲਾਂ ਉੱਠਦੀਆਂ, ਪਰ ਕਿਉਂਕਿ ਲੀਡਰਸ਼ਿਪ ਉਹਨਾਂ ਦੀ ਆਪਣੀ ਮਿਹਨਤ ਕਰਕੇ ਜਿਹੜੀ ਹੈ ਲੀਡਰਸ਼ਿਪ ਪਾਰਟੀ ਨੇ ਐਕਸੈਪਟ ਕੀਤੀ ਹੈ ਔਰ ਆਪਣੀ ਸੇਵਾ ਕਰ ਰਿਹਾ। ਕੱਲ੍ਹ ਨੂੰ ਕੋਈ ਹੋਰ ਕਰੇਗਾ ਤੇ ਕੋਈ ਹੋਰ ਬਣ ਜਾਏਗਾ। ਇਸ ਕਰਕੇ ਕੰਟੀਨਿਊਸ ਪ੍ਰੋਸੈਸ ਹੈ, ਇਹ ਬੜੇ ਵਾਰੀ ਕਰਦੇ ਹੁੰਦੇ। ਮੈਂ ਪੁੱਛਦਾ ਹੁੰਦਾ ਨਾ ਵੀ ਸੋਏ ਬਾਲ ਸਾਹਿਬ ਤੋਂ ਬਾਅਦ ਸੁਖਬੀਰ ਜੀ ਬਣੇ, ਇੰਨੇ ਪ੍ਰਧਾਨ ਉਸ ਤੋਂ ਪਹਿਲਾਂ ਰਹੇ ਆ, ਇੱਕ ਵੀ ਦੱਸੋ। ਫਿਰ ਇਹ ਕਹਿੰਦੇ ਨੇ ਇੱਕ ਪਰਿਵਾਰ ਦੀ ਪਾਰਟੀ ਹੈ, ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੈ ਦੇਸ਼ ਦੀ, ਤੇ ਇੱਕ ਜਗ੍ਹਾ ਤੋਂ ਛੱਡ ਕੇ ਕਿਤੇ ਵੀ ਕੋਈ ਦੂਸਰਾ ਫੈਮਿਲੀ ਤੋਂ ਪ੍ਰਧਾਨ ਨਹੀਂ। ਸਰ, ਇਲੈਕਸ਼ਨਸ ਆਉਣ ਵਾਲੀਆਂ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਕਿ ਤੁਹਾਡੀ ਪਾਰਟੀ ਦਾ ਪੰਜਾਬ ਦੇ ਸਮੁੱਚੇ ਵਿਕਾਸ ਲਈ ਕੀ ਫੁੱਲ ਪ੍ਰੂਫ ਡਿਵੈਲਪਮੈਂਟ ਪਲਾਨ ਆ? ਦੇਖੋ, ਮੈਂ ਸਮਝਦਾ ਕਿ ਅੱਜ ਪੰਜਾਬ ਦੀ ਜਨਤਾ ਖੁਦ ਆਪ ਮਹਿਸੂਸ ਕਰਦੀ ਹੈ ਕਿ ਜਿੰਨੀ ਡਿਵੈਲਪਮੈਂਟ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦੇ ਹੋਈ, ਜਿੰਨੀਆਂ ਅੱਛੀਆਂ ਸੋਸ਼ਲ ਵੈਲਫੇਅਰ ਸਕੀਮਾਂ ਉਹਨਾਂ ਦੇ ਟਾਈਮ ਦੇ ਉੱਤੇ ਚੱਲੀਆਂ, ਜਿੰਨੀ ਅਮਨ ਸ਼ਾਂਤੀ ਸਦਭਾਵਨਾ ਤੇ ਸਾਂਝੀਵਾਲਤਾ ਦਾ ਮਾਹੌਲ ਉਹਨਾਂ ਦੇ ਟਾਈਮ ਦੇ ਉੱਤੇ ਸੀ, ਜਿਸ ਤਰ੍ਹਾਂ ਦੀ ਲਾਅ ਐਂਡ ਆਰਡਰ ਉਹਨਾਂ ਦੇ ਟਾਈਮ ਦੇ ਉੱਤੇ ਲਗਾਤਾਰ ਜਿਹੜੀ ਕਾਇਮ ਸੀ, ਇਹ ਚੀਜ਼ਾਂ ਦੌਨ ਦੇ ਵਿੱਚ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਫੇਲ ਹੋਈ।
ਇਸ ਕਰਕੇ ਅੱਜ ਵੀ ਜਨਤਾ ਉਹਨਾਂ ਨੂੰ ਯਾਦ ਕਰਦੀ ਹੈ ਔਰ ਮੈਂ ਜਨਤਾ ਨੂੰ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਵੀ ਕਰਦਾ ਕਿ ਇਹ ਚੀਜ਼ਾਂ ਹੁਣ ਯਾਦ ਕਰਕੇ ਤੇ ਜਿਹੜਾ 14 ਤਰੀਕ ਨੂੰ ਫੈਸਲਾ ਲੈਣਾ ਫਰਵਰੀ ਨੂੰ ਉਦੋਂ ਇਹਨੂੰ ਯਾਦ ਰੱਖਣ ਦੀ ਵੀ ਲੋੜ ਹੈ। ਕਿਉਂਕਿ ਪੰਜਾਬ ਦਾ ਭਵਿੱਖ ਜਿਹੜਾ ਉਹ ਤਾਂ ਹੀ ਸੁਧਰ ਸਕਦਾ ਜੇ ਕੋਈ ਸਟੇਬਲ ਗਵਰਨਮੈਂਟ ਆਏਗੀ, ਕੋਈ ਉਹ ਲੀਡਰ ਆਏਗਾ ਜਿਹਦਾ ਕੋਈ ਆਪਣਾ ਵਿਜ਼ਨ ਹੋਏਗਾ। ਉਹ ਲੀਡਰ ਜਿਨ੍ਹਾਂ ਨੇ ਪਿੱਛੇ ਕੁਝ ਕੀਤਾ ਉਹੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਇਹਨਾਂ ਹਾਲਾਤਾਂ ਦੇ ਵਿੱਚੋਂ, ਆਰਥਿਕ ਮੰਦਹਾਲੀ ਦੇ ਵਿੱਚੋਂ ਕੱਢ ਕੇ ਫਿਰ ਇਹਨੂੰ ਵਿਕਾਸ ਦੇ ਰਸਤੇ ਤੇ ਲੈ ਕੇ ਜਾ ਸਕਦੇ ਆ। ਜਿਹੜੇ ਅੱਜ ਕੁਰਸੀਆਂ ਵਾਸਤੇ ਝਗੜਦੇ ਆ ਜਾਂ ਅੱਜ ਜਿਹੜੇ ਝੂਠੇ ਲਾਰੇ ਲਾ ਕੇ ਕਸਮਾਂ ਖਾ ਕੇ ਮੁੱਕਰਦੇ ਆ, ਇਹ ਪੰਜਾਬ ਦਾ ਜਿਹੜਾ ਕੁਝ ਵੀ ਸਵਾਰ ਨਹੀਂ ਸਕਦਾ। ਬਹੁਤ ਬਹੁਤ ਧੰਨਵਾਦ ਸਰ। ਮਿਹਰਬਾਨੀ। ਸੋ ਇਹ ਸੀ ਜੀ ਖਾਸ ਗੱਲਬਾਤ ਡਾਕਟਰ ਦਲਜੀਤ ਸਿੰਘ ਚੀਮਾ ਦੇ ਨਾਲ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਨਵੇਂ ਚਿਹਰੇ ਦੇ ਨਾਲ ਜਲਦ ਹੀ। ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਸਤਿ ਸ਼੍ਰੀ ਅਕਾਲ।